गुरमुख नाम निरंजन पाए। राम कली महला पहला सिद्ध गोष्ठ सलेखेठ गुरबाणी की कथा विचार प्रारंभ है। अज 42वीं पौड़ी विच भी गुरु साहब गुरमुखां दे लक्षण दस रहे हैं कि गुरमुख नाम निरंजन पाए। गुरमुख जन पूरे गुरां द्वारा निरंजन माया काल तो रहत परमेश्वर के नाम नू प्राप्त करते हैं। इसी प्रकार गुरमुख नाम निरंजन पाए। गुरमुख नाम जप के निरंजन परमेश्वर नू पाउंदे हन। गुरमुख हमै शब्द जलाए। गुरमुख जन देह दी हंता नू ब्रह्म अभ्यास रूप अग्नि दे नाल साड़ सुटदे हन। शब्द अर्थ है ब्रह्म, सो शब्द ब्रह्म अभ्यास रूप अग्नि दे नाल देह अध्यास नू साड़ सुटदे ने। इस प्रकार गुरमुख हमै शब्द जलाए। सो जिहड़े गुरमुख ने ਉਹ ਗੁਰ ਉਪਦੇਸ਼ ਦੀ ਕਮਾਈ ਦੁਆਰਾ ਜੋ ਹਉਮੈ ਹੈ ਉਹਨੂੰ ਸਾੜ ਦਿੰਦੇ ਹਨ। ਕਿਉਂਕਿ ਹਉਮੈ ਦੀਰਘ ਰੋਗ ਹੈ ਦਾਰੂ ਪੀ ਸੁਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦ ਗੁਰੂ ਜੀ ਦੇ ਸ਼ਬਦ ਦੀ ਕਮਾਈ ਰੂਪ ਦਾਰੂ ਦਵਾਈ ਗੁਰਮੁਖ ਲੈਂਦੇ ਨੇ। नानक कहे सुनो जनो इत संयम दुख जाए। सहब कथन करते ने इस संयम के द्वारा इस उपाय के द्वारा हमें दा दीर्घ रोग वो चलिया जाता है। गुरमुख साचे के गुण गाए। वाहिगुरु गुर मंत्र है जप हमें कोई। भाई गुरदास साहब जी का बचन है। सो गुरमुख जन हर वक्त सच्चे अकाल पुरख के गुण गाउंदे रहिंदे हन। गुरमुख साचा रह समाए। ये अरदासां करदे रहिंदे ने बिसर नाही दातार अपना नाम लेहो। गुण गावां दिन रात नानक चाहो हो। गुरमुख जन हर वक्त इस चाहो इस मल्हार दे विच रहिंदे सच्चे स्वरूप दे विच समाए भाव जुड़े रहिंदे हन। गुरमुख साच नाम पति उत्तम होए। गुरमुख जनां दी सच्चे नाम दी जपने करके इस लोक दे विच इज्जत हुंदी है अते प्रलोक दे विच भी श्रेष्ठता दे सहित हुंदे हन। इस प्रकार गुरमुख साच नाम पति उत्तम होए। गुरमुख जन सच्चे नाम द्वारा पति परमेश्वर की प्राप्ति करके लोक परलोक दे विच श्रेष्ठ हो जाते हैं। नानक गुरमुख सगल भवन की सोची होए। सतगुरु साहब जी कथन करते कि गुरमुख जनां नूं सारे लोकां दी ज्ञात हो जाती है। भाव जो कुछ दुनिया अंदर वरतारा वरतदा है उसकी ज्ञात हो जाती है या मिथ्या रूपताद करके ज्ञात हो जाती है। इसी प्रकार गुरु नानक गुरमुख सगल भवन की सोची होए। जो सारे भरम भवनां दे विच ब्रह्म व्यापक है उसकी गुरमुखां नूं ज्ञात हो जाती है या सारे लोकां दी ज्ञात हो जाती है। या महाराज सच्चे पातशाह फरमाउंदे ने नानक गुरमुख सगल भवन की सोजी होए। जो गुरमुख ने उन्होंने जागृत सुपन
ਸਖੋਪਤ। ਇਹ ਤਿੰਨ ਅਵਸਥਾ ਰੂਪੀ ਤਿੰਨਾਂ ਭਵਨਾਂ ਦੀ ਇਹਦੇ ਵਿੱਚ ਪਾਉਣ ਵਾਲੇ ਮਨ ਨੂੰ ਰੋਕਣ ਦੀ ਗੁਰਮੁਖਾਂ ਨੂੰ ਸਹਿਬ ਕਹਿੰਦੇ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇੱਥੇ 42 ਪੌੜੀਆਂ ਸੰਪੂਰਨ ਹੋਈਆਂ। ਜਦ ਗੁਰਾਂ ਨੇ ਪ੍ਰੇਮੀ ਸਿੰਧ ਮੰਗਲਨਾਥ ਗੋਪੀ ਚੰਦ ਅਤੇ ਭਰਤਰੀ ਆਦਿ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਤਾਂ ਇਤਨੇ ਨੂੰ ਜੋ ਝਗੜਾਲੂ ਸਿੱਧ ਫਲ ਫੁੱਲ ਖਾਣ ਦੇ ਬਹਾਨੇ ਪ੍ਰਸ਼ਨ ਜੇਤੇ ਕਰਨ ਗਏ ਹੋਏ ਸਨ ਉਹ ਦੁਬਾਰਾ ਪ੍ਰਸ਼ਨ ਜੇਤੇ ਕਰਕੇ ਵਾਪਸ ਆ ਗਏ। ਉਹਨਾਂ ਵਿੱਚੋਂ ਇੱਕ ਸਿੱਧ ਨੇ ਕੁਝ ਹੋਰ ਪ੍ਰਸ਼ਨ ਕੀਤੇ। ਲੋ ਪਿਆਰ ਨਾਲ ਸੁਣੋ। ਕਵਣ ਮੂਲਾ। ਪਹਿਲਾ ਪ੍ਰਸ਼ਨ, ਸੰਸਾਰ ਦਾ ਮੁੱਢ ਰੂਪ ਕੌਣ ਹੈ? ਜਾਂ ਇਸੇ ਪ੍ਰਕਾਰ ਕਵਣ ਮੂਲਾ। ਭਜਨ ਸਿਮਰਨ ਦਾ ਮੁੱਢ ਕਿਹੜਾ ਹੈ? ਜਾਂ ਇਸੇ ਪ੍ਰਕਾਰ ਕਵਣ ਮੂਲਾ। ਚਿੱਤ ਨੂੰ ਟਿਕਾਉਣ ਦਾ ਮੁੱਢ ਕੌਣ ਹੈ? ਕਵਣ ਮਤ ਵੇਲਾ। ਦੂਸਰਾ ਸਵਾਲ, ਇਹ ਸ਼ੁਭ ਮਤੀ ਦੀ ਪ੍ਰਾਪਤੀ ਦਾ ਵੇਲਾ ਵਕਤ ਉਹ ਕਿਹੜਾ ਹੈ? ਤੇਰਾ ਕਵਣ ਗੁਰੂ। ਤੀਸਰਾ ਪ੍ਰਸ਼ਨ, ਤੇਰਾ ਗੁਰੂ ਕੌਣ ਹੈ? ਜਿਸ ਕਾ ਤੂੰ ਚੇਲਾ। ਜਿਸ ਦਾ ਤੂੰ ਚੇਲਾ ਸੇਵਕ ਹੈ। ਕਵਣ ਕਥਾ ਲੇ। ਚੌਥਾ ਪ੍ਰਸ਼ਨ, ਉਹ ਕਿਹੜੀ ਕਥਾ ਹੈ ਜਿਸ ਨੂੰ ਲੈ ਕੇ ਤੂੰ ਰਹ ਨਿਰਾਲੇ। ਗੁਰੂ ਸਾਹਿਬ ਦੁਨੀਆ ਤੋਂ ਅਸੰਗ ਰਹਿੰਦੇ ਹੋ, ਭਾਵ ਸੰਸਾਰ ਦੇ ਮੋਹ ਦੇ ਵਿੱਚ ਨਹੀਂ ਫਸਦੇ। ਉਹ ਕਥਾ ਸਾਨੂੰ ਵੀ ਸੁਣਾ ਦਿਓ, ਸਾਨੂੰ ਵੀ ਸਿਖਾ ਦਿਓ। ਬੋਲਾ ਨਾਨਕ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਬਾਬਾ ਬੁੱਢਾ ਸਾਹਿਬ ਜੀ, ਇਹ ਭਾਈ ਲਹਿਣਾ ਸਾਹਿਬ ਜੀ, ਸੁਣਹੁ ਤੁਮ ਬਾਲੇ। ਫਿਰ ਸਾਨੂੰ ਸਿੱਧਿਓ ਬੋਲਣ ਲੱਗੇ ਕਿ ਇਹ ਬਾਲਕੇ ਤੂੰ ਸੁਣਨਾ ਕਰ। ਇਸ ਕਥਾ ਕਾ। ਪੰਜਵਾਂ ਪ੍ਰਸ਼ਨ, ਇਹ ਜੋ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਹੈ, ਇਸ ਕਥਾ ਦਾ ਦੇ ਵਿਚਾਰ। ਇਹਦਾ ਵਿਚਾਰ ਸਾਨੂੰ ਦੱਸ ਦੇ, ਭਾਵ ਉੱਤਰ ਦੇ। ਭਵ ਜਲਾ। ਛੇਵਾਂ ਪ੍ਰਸ਼ਨ, ਜੋ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਸ਼ਬਦ ਲੰਗਾਵਣ ਹਾਰ। ਇਹਦੇ ਤੋਂ ਸ਼ਬਦ ਕਿਵੇਂ ਪਾਰ ਲੰਘਾਉਣ ਵਾਲਾ ਹੈ? ਇਹ 6 ਸਵਾਲ ਜਦ ਸਿੱਧਾ ਨੇ ਕੀਤੇ ਤਾਂ ਸਤਿਗੁਰੂ ਜੀ ਇਹਨਾਂ ਛੇਆਂ ਦਾ ਵਾਰੀ ਵਾਰੀ ਉੱਤਰ ਦੇਣ ਲੱਗੇ ਹਨ। ਪਵਨ ਆਰੰਭ। ਜੋ ਪਹਿਲਾ ਸਵਾਲ ਸੀ ਕਿ ਇਹ ਜਿਹੜਾ ਸੰਸਾਰ ਹੈ ਇਹਦਾ ਮੁੱਢ ਕੌਣ ਹੈ? ਤਾਂ ਮਹਾਰਾਜ ਕਹਿੰਦੇ ਨੇ ਸੰਸਾਰ ਦਾ ਮੁੱਢ ਸਵਾਸ ਹੀ ਤਾਂ ਹਨ, ਜਾਂ ਸਵਾਸਾਂ ਕਰਕੇ ਇਹ ਸੰਸਾਰ ਦਾ ਆਰੰਭ ਕੀਤਾ ਹੈ। ਜਾਂ ਇਸੇ ਪ੍ਰਕਾਰ ਪਵਨ ਆਰੰਭ। ਪਵਨ ਨਾਮ ਵਾਸ਼ਨਾ ਦਾ, ਹਵਾ ਦਾ। ਵਾਸ਼ਨਾ ਹਵਾ ਕਰਕੇ ਹੀ ਸਾਰੇ ਸੰਸਾਰ ਦੀ ਆਰੰਭਤਾ ਹੋਈ ਹੈ। ਅਰਥਾਤ ਜਦ ਸੰਸਾਰ ਦੇ ਕਰਮ ਫਲ ਦੇਣ ਨੂੰ ਦਰਵੀ ਮੁੱਖ ਹੋ ਜਾਂਦੇ ਨੇ, ਆ ਫਲ ਦੇਣ ਤੋਂ ਹਟ ਜਾਂਦੇ ਨੇ, ਉਸ ਵੇਲੇ ਈਸ਼ਵਰ ਦੇ ਅੰਦਰ ਇੱਛਾ ਹੁੰਦੀ ਹੈ ਕਿ ਸੰਸਾਰ ਦੀ ਪਰਲੋ ਕਰ ਦੇਵਾਂ। ਕਿਉਂ ਈਸ਼ਵਰ ਸੰਸਾਰ ਦੀ ਪਰਲੋ ਕਰ ਦਿੰਦਾ ਹੈ ਤੇ ਆਪਣੀ ਮਾਇਆ ਰੂਪੀ ਗੁਥਲੀ ਵਿੱਚ ਸਾਰਿਆਂ ਦੇ ਸੰਸਕਾਰਾਂ ਰੂਪੀ ਬੀਜ ਨੂੰ ਪਾ ਲੈਂਦਾ ਹੈ। ਔਰ ਜਦੋਂ ਜੀਵਨ ਦੇ ਕਰਮ ਫਲ ਦੇਣ ਵਾਸਤੇ ਅਭਿਮੁਖ ਸਾਹਮਣੇ ਹੁੰਦੇ ਹਨ, ਉਸ ਵੇਲੇ ਈਸ਼ਵਰ ਨੂੰ ਇੱਛਾ ਫੁਰਦੀ ਹੈ ਕਿ ਇੱਕ ਤੋਂ ਮੈਂ ਬਹੁਤ ਰੋਗ ਹੋਵਾਂ, ਭਾਵ ਜਗਤ ਨੂੰ ਰਚਾਂ। ਤਦੋਂ ਈਸ਼ਵਰ ਮਾਇਆ ਸਬਲ ਹੋ ਕੇ ਸੰਸਾਰ ਨੂੰ ਰਚਨਾ ਕਰਦਾ ਹੈ। ਇਹ ਪਵਨ ਦਾ ਭਾਵ ਹੈ ਪੁਰਨੀ ਕਰਕੇ। ਇਹਦੇ ਕਰਕੇ ਹੀ ਸਾਰਾ ਸੰਸਾਰ ਪ੍ਰਾਰੰਭ ਹੋਇਆ ਹੈ।
एक बहु श्यामा प्रजा जायते, एक ओंकार प्रथम ओंकार तिन कहा, सो धुन पूरे जगत मोह रह। या श्वासा नाल ही भजन सिमरन करना आरंभ करीदा है। या चित्त नूं टिकाउण लई श्वास ही मुੱਢ ने, क्योंकि पहला श्वासा नाल नाम जप के ही चित्त की एकाग्रता हुंदी है। सतगुर मत वेला। दूजा प्रश्न सीगा कि शुभमती की प्राप्ति का वेला वक्त किहड़ा है। तो महाराज कहते ने सतगुर मत वेला, सतगुरु साहब जी की शरण में आउणा ही शुभमती आउण दा वेला है, वक्त है। या आत्म श्रेणी मत की प्राप्ति का यही वेला है जिहड़ा सतगुरु जी की शरण में आउणा है। इसी प्रकार सतगुर मत वेला, सतगुरां दे उपदेश द्वारा ही परमेश्वर की प्राप्ति वाली शुभमती लैण दा वेला श्रेष्ठ है। शब्द गुरु सुरत धुन चेला। तीसरा प्रश्न सीगा कौन गुरु जिसका तू चेला, तेरा गुरु कौन है जिसका तू चेला है। पातशाह कहते शब्द नाम है ब्रह्म दा, ब्रह्म नाम है अकाल पुरख दा। साडा अकाल पुरख ही गुरु है। अपरंपर पार ब्रह्म परमेश्वर नानक गुर मिलिया सोई जियो। ते सुरत धुन चेला, जिहड़ा सुरत चित्त दे विच प्रभु नाम का उचारण है, यही चेला बनाया हुआ है। जिहड़ी सुरती बिरती वाहिगुरु वाहिगुरु करदियां एकाग्र की हुई है, यही चेला है। इसी प्रकार शब्द गुरु एक ओंकार सतनाम वाहिगुरु ही साडा गुरु है। सुरत धुन चेला, जिहड़ा सुरत चित्त नूं प्रेम दे नाल बाणी सुनना ते उचारण में जोड़ना है, यही आपां ने चेला बनाया है, यही चेला। इसी प्रकार शब्द गुरु, शब्द गुरु है। शब्द केड़ा है? वाहिगुरु 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 वाहिगुरु। ये वाहिगुरु गुर मंत्र है, जप हमें कोई। वाहिगुरु शब्द ये साडा गुरु है। या गुरु अकाल पुरख ने सानू शब्द केड़ा दिता? एक ओंकार सतनाम। करता पुरख निर्भउ निर्वैर, अकाल मूरत अजूनी सैभं गुर प्रसाद। इथों तक शब्द दिता महामंत्र। फिर बाबे नानक नूं आखिया कि तू साडी उस्तति कर। तां बाबे नानक ने जाप उचारिया, जप आद सच जुगाद सच है भी सच, नानक होसी भी सच। इथे कल आके मूल मंत्र बनाया। हर हुक्म किया आपके सिखा नूं ये जद भी जाप करना एक तक नानक होसी भी सच का कर। है तो गुर प्रसाद तक भी बेअंत फल, जितना करोगे उतना ही फल है। नानक होसी भी सच तक वध हो जाता, वह वध फल है। तो जे पूरा जपजी साहब भी पढ़ी जाए वह होर भी वध फल है सारी गुरबाणियां ही। इसलिए लड़ाई झगड़े विच नहीं पैना चाहिए। मैनूं तां जिहड़ा आखे कि मूल मंदिर गुर प्रसाद तक है, उन्होंने हथ जोड़ के मत्था टेकी दा भी धन है तू गुर प्रसाद तक ही जपी जा भाई। हाँ, मूल मंदिर का गुर प्रसाद तक ही है। ये तुसीं टकसाली
ਸੰਪਰਦਾ ਵਾਲੇ ਸਿੰਘ ਨਾਨਕ ਹੋਸੀ ਵੀ ਸੱਚ ਦਾ ਕਿਉਂ ਪੜ੍ਹਦੇ ਹੋ? ਕਿਉਂਕਿ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਜੇ ਤੁਸੀਂ ਕਹੋ ਵੀ ਆਪਾਂ ਗੁਰੂ ਨਾਨਕ ਸਾਹਿਬ ਨੂੰ ਕਦ ਮਿਲੇ ਆ, ਤਾਂ ਗੁਰੂ ਘਰ ਦੀ ਮਰਿਆਦਾ ਮੁਤਾਬਕ ਸਿੱਖ ਪੰਚਨ ਮੈਂ ਵੀਰੋ ਵਾਸਾ, ਪੰਜ ਪਿਆਰੇ ਗੁਰੂ ਸਿੱਖ ਗੁਰੂ ਹੈ, ਉਹੀ ਸਾਨੂੰ ਗੁਰੂ ਰੂਪ ਹੋ ਕੇ ਮਿਲੇ ਨੇ। ਤੇ ਪੰਜਾਂ ਪਿਆਰੀਆਂ ਕੋਲੋਂ ਜਦ ਆਪਾਂ ਅੰਮ੍ਰਿਤ ਪਾਨ ਕੀਤਾ ਹੈ, ਉਹਨਾਂ ਇਹ ਆਗਿਆ ਕੀਤੀ ਹੈ ਕਿ ਜਦ ਜਾਪ ਕਰਨਾ ਹੈ ਨਾਨਕ ਹੋਸੀ ਵੀ ਸੱਚ ਦਾ ਕਰਨਾ। ਇਸ ਲਈ ਝਗੜਾ ਕਰਦਾ ਭਾਈ ਤੂੰ ਜਿੱਥੋਂ ਤੱਕ ਮਰਜ਼ੀ ਭਾਵੇਂ ਇਕੱਲਾ ਇੱਕ ਓੰਕਾਰ ਹੀ ਕਰੀ ਜਾਓ, ਗੱਲ ਤਾਂ ਸੁਰਤੀ ਜੋੜਨ ਦੀ ਹੈ, ਉਹੀ ਮੱਥੇ ਚਮਕਣ ਲੱਗ ਪਊਗਾ। ਭਾਵੇਂ ਗੁਰ ਪ੍ਰਸਾਦ ਤਾਂ ਕਰੀ ਜਾਓ ਤੇ ਭਾਵੇਂ ਨਾਨਕ ਹੋਸੀ ਵੀ ਸੱਚ ਦਾ, ਇਹ ਨਾਲੇ ਭਾਵੇਂ ਸਤਿਨਾਮ ਵਾਹਿਗੁਰੂ ਵੀ ਜੋੜੀ ਜਾਓ। ਸੋ ਇਸ ਤਰ੍ਹਾਂ ਗੱਲ ਤਾਂ ਸੁਰਤੀ ਦੀ ਬਿਰਤੀ ਦੀ ਇਕਾਗਰਤਾ ਦੀ ਹੈ। ਜੋ ਇਹ ਮਹਾਰਾਜ ਦਾ ਸ਼ਬਦ ਉਚਾਰਨ ਕਰਨਾ ਹੈ, ਇਹ ਉਤਾਰਨ ਦੇ ਵਿੱਚ ਜਿਹੜੀ ਧੁਨੀ ਦੇ ਵਿੱਚ ਆਵਾਜ਼ ਦੇ ਵਿੱਚ ਸਾਧ ਸੰਗਤ ਜੀਓ ਸੁਰਤੀ ਨੂੰ ਜੋੜਨਾ ਹੈ, ਇਹੀ ਚੇਲਾ ਹੈ। ਜਾਂ ਇਸੇ ਪ੍ਰਕਾਰ ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਗੁਰੂ ਹੈ, ਜਿੰਨੀ ਵੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਗੁਰਬਾਣੀ ਹੈ, ਇਹ ਗੁਰੂ ਰੂਪ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਇਹ ਸ਼ਬਦ ਸਾਡਾ ਗੁਰੂ ਹੈ। ਕਈ ਜਿੱਦ ਕਰਦੇ ਨੇ ਇਹ ਸ਼ਬਦ ਕਿਵੇਂ ਗੁਰੂ ਹੈ। ਜਿਹੜਾ ਸ਼ਬਦ ਹੈ ਉਹ ਸੁਣਾਉਣ ਵਾਲਾ ਗੁਰੂ ਹੈ, ਜਿਹੜਾ ਸ਼ਬਦ ਨੂੰ ਸੁਣਾਉਂਦਾ ਹੈ। ਮਤਲਬ ਦੇਹ ਨੂੰ ਗੁਰੂ ਮੰਨਦੇ ਨੇ, ਪਰ ਸਾਹਿਬਾਂ ਨੇ ਆਪਦੇ ਸਰੀਰ ਦੇ ਹੁੰਦਿਆਂ ਵੀ ਕਦੀ ਆਪਣੇ ਆਪ ਨੂੰ ਜਣਾਇਆ ਨਹੀਂ ਸੀ। ਆਪਦੇ ਮੁਖਾਰਬਿੰਦ ਤੋਂ ਕਦੀ ਵੀ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਇਆ। ਪਹਿਲੇ ਗੁਰੂ ਸਾਹਿਬਾਂ ਨੂੰ ਗੁਰੂ ਕਹਿੰਦੇ ਰਹੇ, ਉਹ ਦੇਹ ਨੂੰ ਸ਼ੁਰੂ ਤੋਂ ਹੀ ਮਹਾਰਾਜ ਨੇ ਨਹੀਂ ਮੰਨਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪਵਨ ਗੁਰੂ ਆਖਿਆ। ਪਵਨ ਮੀਨਿੰਗ ਜਦ ਆਪਾਂ ਬੋਲਦੇ ਹਾਂ, ਸ਼ਬਦ ਨਾਮ ਹੈ ਸਾਊਂਡ ਦਾ, ਉਹ ਆਵਾਜ਼ ਹਵਾ ਦੇ ਮਾਧਿਅਮ ਰਾਹੀਂ ਕੰਨਾਂ ਤੱਕ ਪਹੁੰਚਦੀ ਹੈ। ਜੇ ਹਵਾ ਨਾ ਹੋਵੇ ਤਾਂ ਜਿਹੜਾ ਸ਼ਬਦ ਹੈ, ਜਿਹੜੀ ਧੁਨੀ ਹੈ, ਜਿਹੜੀ ਆਵਾਜ਼ ਹੈ, ਜਿਹੜੀ ਸਾਊਂਡ ਹੈ, ਉਹ ਸਾਡੇ ਕੰਨਾਂ ਨੂੰ ਸੁਣਾਈ ਨਹੀਂ ਦੇ ਸਕਦੀ। ਜੋ ਵੀ ਸੈਟੇਲਾਈਟ ਮੋਬਾਈਲ ਫੋਨ ਜੋ ਵੀ ਕੁਝ ਚੱਲ ਰਿਹਾ, ਇਹ ਸਭ ਹਵਾ ਦੇ ਮਾਧਿਅਮ ਦੇ ਰਾਹੀਂ ਜਿਹੜੀਆਂ ਵੇਵਸ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਦੀਆਂ ਹਨ। ਜਦ ਜ਼ਿਆਦਾ ਹਨੇਰੀ ਚੱਲ ਰਹੀ ਹੁੰਦੀ ਹੈ ਤਾਂ ਕਈ ਵਾਰ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਇੱਕਦਮ ਜ਼ਿਆਦਾ ਆਉਂਦੀ ਹੈ, ਕਈ ਵਾਰ ਫਿਰ ਘਟ ਜਾਂਦੀ ਹੈ। ਉਹਦਾ ਭਾਵ ਇਹੀ ਹੈ ਕਿ ਜਦ ਹਵਾ ਤੇਜ਼ ਵਗਦੀ ਹੈ ਉਹ ਛੇਤੀ ਸਾਊਂਡ ਨੂੰ ਲੈ ਆਉਂਦੀ ਹੈ, ਤੇ ਜਦ ਘਟ ਜਾਂਦੀ ਹੈ ਉਹ ਥੋੜਾ ਫਰਕ ਪੈ ਜਾਂਦਾ। ਕਿਉਂ? ਸੋ ਗੁਰੂ ਮਹਾਰਾਜ ਨੇ ਸ਼ਬਦ ਨੂੰ ਗੁਰੂ ਆਖਿਆ ਹੈ। ਬੰਦਾ ਗੁਰੂ ਹੈ, ਬੰਦਾ ਵਿੱਚ ਬੰਦਾ ਅੰਮ੍ਰਿਤ ਸਾਰੇ। ਕਦੇ ਦੇਹ ਬਾਰੇ ਨਹੀਂ ਆਇਆ, ਸ਼ਬਦ ਬਾਰੇ ਬਾਣੀ ਬਾਰੇ ਹੀ ਆਇਆ। ਸੋ ਸਮੁੱਚੀ ਗੁਰਬਾਣੀ, ਗੁਰਬਾਣੀ ਦਾ ਮਤਲਬ ਇਹ ਹੈ ਕਿ ਬਾਣੀ ਗੁਰੂ ਹੈ। ਸੋ ਇਸ ਵਾਸਤੇ ਗੁਰਬਾਣੀ ਦੇ ਲੜ ਸਾਨੂੰ ਲੱਗਣਾ ਚਾਹੀਦਾ ਹੈ। ਪੰਜ ਪਿਆਰੇ ਸ਼ਬਦ ਸਰਵਣ ਕਰਾਉਂਦੇ ਨੇ। ਜੇ ਬਹੁਤਾ ਕੋਈ ਖਹਿੜਾ ਕਰੇ ਕਿ ਦੇਹ ਗੁਰੂ ਹੈ ਤੇ ਦੇਹ ਨੂੰ ਗੁਰੂ ਧਾਰਨਾ ਚਾਹੀਦਾ, ਤੇ ਆਪਾਂ ਦੇਹਧਾਰੀ ਨੂੰ ਹੀ ਤਾਂ ਮੰਨਦੇ ਹਾਂ। ਪੰਜ ਪਿਆਰੇ ਦੇਹਧਾਰੀ ਗੁਰੂ ਹੀ ਹਨ ਉਹਨਾਂ ਚਿਰ ਲਈ ਜਿੰਨਾ ਚਿਰ ਕਿ ਉਹ ਅਮਰ ਸੰਚਾਰ ਦੀ ਸੇਵਾ ਵਿੱਚ ਹਨ। ਦੇਹਧਾਰੀ ਗੁਰੂ ਨੂੰ ਹੀ ਤਾਂ ਆਪਾਂ ਧਾਰਿਆ, ਉਹਨਾਂ ਨੇ ਤਾਂ ਸ਼ਬਦ ਸੁਣਾਇਆ ਹੈ। ਉਹ ਬਾਅਦ ਵਿੱਚ ਗੁਰੂ ਦੀ ਮਰਿਆਦਾ ਹੈ ਕਿ ਗ੍ਰੰਥੀ ਸਿੰਘ ਅਵਲ ਤੋਂ ਬਿਨਾਂ ਆਪ ਪੜ੍ਹੇ, ਨਹੀਂ ਤਾਂ ਗ੍ਰੰਥੀ ਦੀ ਡਿਊਟੀ ਹੁੰਦੀ ਹੈ। ਗੁਰੂ ਘਰ ਦੇ ਵਿੱਚ ਸੇਵਾਦਾਰ, ਉਹਨਾਂ ਦਾ ਇਹੀ ਕੰਮ ਹੈ
ਉੱਚੀ ਉੱਚੀ ਬੋਲੀ ਜਾਓ, ਸੰਗਤਾਂ ਕੇ ਸੁਣ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੁਦ ਆਪ ਹੀ ਕਿਰਪਾ ਕਰ ਰਹੇ ਨੇ। ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ। ਆਪਣੇ ਆਪ ਸਾਨੂੰ ਕਿੱਥੇ ਬੋਲ ਆਉਂਦਾ, ਇਹ ਤਾਂ ਮਹਾਰਾਜ ਦੀ ਬਾਣੀ ਹੋਈ ਹੈ ਜਿਹਦੇ ਰਾਹੀਂ ਆਪਾਂ ਬੋਲ ਰਹੇ ਹਾਂ। ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹਨ ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹੀ ਮਹਾਰਾਜ ਦਾ ਵਾਸ। ਗੱਲ ਤਾਂ ਸੁਰਤੀ ਬਿਰਤੀ ਟਿਕਾਉਣ ਦੀ ਹੈ। ਇਹ ਜਾਪ ਨਹੀਂ ਕਰੋਗੇ, ਸੁਰਤੀ ਨਹੀਂ ਟਿਕਾਓਗੇ ਤੇ ਫਿਰ ਗੁਰੂ ਵੀ ਕੀ ਕਰੇਗਾ। ਕਿਉਂ ਸੁਰਤੀ ਦਾ ਲਗਾਤਾਰ ਟਿਕਣਾ ਇਹ ਚੀਲਾ ਹੈ। ਇਹ ਸ਼ਬਦ ਗੁਰਬਾਣੀ ਸਾਡਾ ਗੁਰੂ ਹੈ। ਅਗਾਧ ਗਾਥਾਲੇ ਰਹੋ ਨਿਰਾਲਾ। ਉਹ ਕਿਹੜੀ ਕਥਾ ਹੈ ਜਿਹਨੂੰ ਸੁਣ ਕੇ ਤੁਸੀਂ ਸੰਸਾਰ ਤੋਂ ਅਸੰਗ ਹੋਏ ਹੋ। ਚੌਥੇ ਪ੍ਰਸ਼ਨ ਦਾ ਮਹਾਰਾਜ ਉੱਤਰ ਦਿੰਦੇ ਅਕਥ ਕਥਾ ਵੇ। ਕਥਨ ਤੋਂ ਰਹਿਤ ਸਰੂਪ ਦੀ ਕਥਾ ਲੈ ਕੇ ਰਹੋ ਨਿਰਾਲਾ। ਅਸੀਂ ਸੰਸਾਰ ਤੋਂ ਅਸੰਗ ਰਹਿੰਦੇ ਆ। ਇਸੇ ਪ੍ਰਕਾਰ ਅਗਾਧ ਗਾਥਾਲੇ ਰਹੋ ਨਿਰਾਲਾ। ਉਹ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਕਥਾ ਹੈ। ਹਰ ਜੋ ਲਖਣਾ ਬਿਰਤੀ ਕਰਕੇ ਕਥਨ ਕਰੀਦੀ ਹੈ, ਉਸ ਨੂੰ ਲੈਣ ਭਾਵ ਗ੍ਰਹਿਣ ਕਰਕੇ ਅਸੀਂ ਦੁਨੀਆ ਤੋਂ ਅਸੰਗ ਰਹਿੰਦੇ ਹਾਂ। ਨਾਨਕ ਜੁਗ ਜੁਗ ਗੁਰ ਗੋਪਾਲਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਸਿੱਧੋ, ਜੁਗਾਂ ਜੁਗਾਂ ਵਿੱਚ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਹੀ ਸਾਡਾ ਸਤਿਗੁਰੂ ਹੈ ਜਾਂ ਗੁਰੂ ਪਰਮੇਸ਼ਰ ਹੀ ਜੁਗਾਂ ਜੁਗਾਂ ਵਿੱਚ ਵਿਆਪਕ ਹੈ। ਜੁਗ ਜੁਗ ਸਤਿਗੁਰ ਧਰੇ ਅਵਤਾਰੇ। ਭਾਈ ਗੁਰਦਾਸ ਸਾਹਿਬ ਜੀ ਨੇ ਜੋ ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਇਹ ਪੌੜੀ ਉਚਾਰੀ ਹੈ। ਇਸ ਦੀ ਅੰਤਲੀ ਪੌੜੀ, ਅੰਤਲੀ ਪੰਕਤੀ ਇਹ ਲਿਖੀ ਹੈ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਉਂ ਜੁਗਾਂ ਜੁਗਾਂ ਦੇ ਵਿੱਚ ਗੁਰੂ ਪਰਮੇਸ਼ਰ ਹੀ ਸਾਧ ਸੰਗਤ ਜੀ ਵਿਆਪਕ ਹੈ। ਪ੍ਰਿਥਵੀ ਦਾ ਪਾਲਕ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਸਾਡਾ ਸਤਿਗੁਰੂ ਹੈ। ਮਤਲਬ ਕਲਯੁਗ ਦੇ ਗੁਰੂ ਨਹੀਂ, ਸਤਿਯੁਗ ਦੇ ਧਰੁਵ ਤੇ ਪ੍ਰਹਿਲਾਦ ਹੋਏ, ਉਹਨਾਂ ਦੇ ਵੀ ਗੁਰੂ ਨਾਨਕ ਸਾਹਿਬ ਹੋਏ ਤੇ ਤਾਂ ਹੀ ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਈ। ਕਿਉਂ ਜੁਗਾਂ ਜੁਗਾਂ ਦੇ ਜਿਹੜੇ ਦੁਸ਼ਟ ਦਮਨ ਜੀ ਨੇ ਉਹ ਸਤਿਯੁਗ ਤੋਂ ਹੀ ਚੱਲੇ ਆਉਂਦੇ ਨੇ। ਹੇਮਕੁੰਟ ਸਾਹਿਬ ਸਤਿਯੁਗ ਜੀ ਦਾ ਚੌਂਕੜਾ ਲਾਇਆ। ਜਿੰਨੇ ਉੱਥੇ ਸਾਧੂ ਸੰਤ ਸੀਗੇ ਉਹਨਾਂ ਦੇ ਗੁਰੂ ਦੁਸ਼ਟ ਦਮਨ ਹੀ ਸੀ ਤਾਂ ਦੁਸ਼ਟ ਦਮਨ ਹੀ ਸਨ। ਫਿਰ 10ਵੇਂ ਅਵਤਾਰ ਦੇ ਵਿੱਚ ਆ ਕੇ ਸਾਰੀ ਸ੍ਰਿਸ਼ਟੀ ਦੇ ਗੁਰੂ ਬਣੇ। ਇਉਂ ਸਾਰੇ ਯੁੱਗਾਂ 'ਚ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਬਾਕੀ ਸਭ ਸੰਤ ਭਗਤ ਅਧੂਰੇ ਰਹੇ ਨੇ। ਇੱਕੋ ਇੱਕ 10ਵੇਂ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਦਸੇ ਹੀ ਸਰੂਪ ਜਿਹੜੇ ਉਹ ਪੂਰਨ ਗੁਰੂ ਸਾਹਿਬ ਹੋ ਕੇ ਅਵਤਰੇ ਨੇ। ਇਉਂ ਜੁਗਾਂ ਜੁਗਾਂ ਦੇ ਵਿੱਚ ਪ੍ਰਿਥਵੀ ਦਾ ਪਾਲਕ ਅਕਾਲ ਪੁਰਖ ਵਾਹਿਗੁਰੂ ਹੀ ਗੁਰੂ ਬਣ ਕੇ ਤੇ ਦੁਨੀਆ ਨੂੰ ਤਾਰਨ ਲਈ ਆਇਆ ਹੈ। ਏਕ ਸ਼ਬਦ ਜਿਤ ਕਥਾ ਵਿਚਾਰੀ। ਦੇਖੋ ਗੁਰਾਂ ਦਾ ਉਪਦੇਸ਼ ਹੈ, ਜਿਸ ਕਰਕੇ ਸਰੂਪ ਲਖਣਾ ਤੇ ਤਟਸਥੀ ਲਖਣਾ ਦੁਆਰਾ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਦੀ ਵਿਚਾਰ ਕੀਤੀ ਹੈ। ਗੁਰਮੁਖ ਹਉ ਮੈਂ ਅਗਨ ਨਿਵਾਰੀ। ਮੁਖੀ ਗੁਰਾਂ ਦੇ ਸ਼ਬਦ ਦੁਆਰਾ ਦੇਹ ਦੀ ਹੰਤਾ ਰੂਪ ਅਗਨੀ ਨੂੰ ਨਾਮ ਰੂਪ ਪਾਣੀ ਦੇ ਨਾਲ ਨਿਵਰਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਇਹ ਸਿੱਧਾ ਨੇ ਹੋਰ ਪ੍ਰਸ਼ਨ ਕੀਤੇ। ਮੈਨ ਕੇ ਦੰਤਾ ਕਿਉਂ ਖਾਈਐ ਸਾਰ। ਸਵਾਲ ਹੈ ਕਿ ਦੰਦ ਨੇ ਮੋਮ ਦੇ, ਤੇ ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ। ਜਿਤ ਗਰਭ ਜਾਏ ਸੋ ਕਵਨ ਆਹਾਰ। ਜਿਹੜੀ ਕਣਕ ਹੈ, ਕਣਕ ਦੁੱਧ ਹੈ, ਦਹੀਂ ਹੈ, ਦੇਸੀ ਘਿਓ ਹੈ, ਇਹ ਖਾ ਕੇ ਤਾਂ ਬੰਦਾ ਮੋਟਾ ਹੁੰਦਾ। ਮੋਟਾ ਮਤਲਬ ਮੋਟਾ ਨਾਮ ਕਢਾਈ ਹੈ, ਵੱਡਾ ਸਾਰਾ ਨਾਂ ਰੱਖਾ ਲੈਂਦਾ, ਫਲਾਣਾ 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 ਫਲਾਣਾ।
ਤੇ ਬੜੀਆਂ ਆਪ ਦੇ ਨਾਲ ਉਪਾਧੀਆਂ ਲਾਉਂਦਾ ਹੈ, ਯਾਨੀ ਕਿ ਹੰਕਾਰ ਵਿੱਚ ਭੁੱਲ ਜਾਂਦਾ ਹੈ। ਤੇ ਕਣਕ, ਦੁੱਧ, ਦਹੀਂ, ਘਿਓ ਤੋਂ ਬਗੈਰ ਦੱਸੋ ਕਿਹੜਾ ਭੋਜਨ ਹੈ ਜਿਸ ਦੇ ਖਾਣ ਦੇ ਨਾਲ ਮੋਟੇ ਨਹੀਂ ਹੋਈਦਾ, ਸਗੋਂ ਮੋਟਾਪਾ ਚਲਿਆ ਜਾਂਦਾ, ਯਾਨੀ ਕਿ ਫੁੱਲੀਦਾ ਨਹੀਂ, ਹੰਕਾਰ ਦੇ ਵਿੱਚ ਆ ਕੇ ਆਫਰੀਦਾ ਨਹੀਂ, ਖਾਂਦਿਆਂ ਸਾਰੀ ਫਰੇਵਾ ਜਿਹਾ ਹੋ ਜਾਂਦਾ। ਤੋ ਜਿਹਦੇ ਨਾਲ ਫਰੇਵਾ ਨਾ ਹੋਏ, ਹੰਕਾਰ ਚਲਿਆ ਜਾਏ, ਉਹ ਕਿਹੜਾ ਭੋਜਨ ਹੈ ਜੀ? ਕਿਰਪਾ ਕਰਕੇ ਦੱਸੋ। ਡਾਕਟਰ ਹਕੀਮ ਤਾਂ ਬੜਾ ਰੌਲਾ ਪਾਉਂਦੇ ਨੇ, ਕੋਈ ਕਹਿੰਦਾ ਆਹ ਨਾ ਖਾਓ, ਕੋਈ ਕਹਿੰਦਾ ਆਹ ਨਾ ਖਾਓ। ਤੇ ਪਹਿਲਾਂ ਸੁਣੀਦਾ ਹੁੰਦਾ ਵੀ ਰੋਟੀ ਨਾਲ ਪਾਣੀ ਪੀਓ, ਤੇ ਜ਼ਿਆਦਾ ਪਕਾ ਲਿਆ ਤੇ ਹੁਣ ਕਹਿੰਦੇ ਵੀ ਪੀਓ ਹੀ ਨਾ। ਤੇ ਕੋਈ ਕਹਿੰਦਾ ਪਹਿਲਾਂ ਪੀਓ, ਕੋਈ ਕਹਿੰਦਾ ਬਾਅਦ 'ਚ ਪੀਓ। ਤੋ ਇਸ ਤਰੀਕੇ ਦੇ ਨਾਲ ਦੁਨੀਆ ਨੂੰ ਕਮਲਾ ਬਣਾਇਆ ਹੋਇਆ। ਕੋਈ ਕਹਿੰਦਾ ਵੱਧ ਪੀਓ, ਕੋਈ ਕਹਿੰਦਾ ਵੱਧ ਨਾ ਪੀਓ। ਤੋ ਇਸ ਤਰ੍ਹਾਂ ਮਹਾਰਾਜ ਸੋ ਪ੍ਰਤੱਖ ਤੌਰ 'ਤੇ ਵੀ ਤੇ ਅੰਤਰੀਵ ਤੌਰ 'ਤੇ ਵੀ ਸਾਡਾ ਫਰੇਵਾ ਦੂਰ ਹੋ ਜਾਏ, ਜਿਸ ਕਰਕੇ ਸਰੀਰ ਨਾਰਮਲ ਰਹੇ, ਜਿਸ ਤਰ੍ਹਾਂ ਦਾ ਰੱਬ ਨੇ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਹੰਕਾਰ ਜਿਹੜਾ ਹੈ, ਜਿਵੇਂ ਬਚਪਨ ਦੇ ਵਿੱਚ ਜਿਹੜੀ ਨਿਮਰਤਾ ਸੀਗੀ ਉਹ ਹੁਣ ਲੱਭੀ ਦੀ ਹੈ, ਇਸ ਤਰ੍ਹਾਂ ਦੀ ਨਿਮਰਤਾ ਆ ਜਾਏ, ਸਾਡਾ ਹੰਕਾਰ ਚਲਿਆ ਜਾਏ। ਉਹ ਕਿਹੜਾ ਭੋਜਨ ਹੈ ਜੀ? ਲੋਕ ਟੈਸਟ ਕਰਾਉਂਦੇ ਨੇ ਤੇ ਕਿਹਦੇ ਤੋਂ ਅਲਰਜੀ ਹੈ, ਸਾਨੂੰ ਦੱਸੋ ਵੀ ਸਾਨੂੰ ਕਿਹਦੇ ਤੋਂ ਅਲਰਜੀ ਹੈ ਜੀ? ਤੁਸੀਂ ਦੱਸੋ ਮਹਾਰਾਜ, ਕਿਰਪਾ ਕਰੋ, ਜਿਹਦੇ ਨਾਲ ਸਾਡਾ ਸਭ ਕੁਝ ਸਹੀ ਹੋ ਜਾਏ। ਜੋ ਮਾਨਸਿਕ ਸਥਿਤੀ ਹੈ ਇਹ ਸਾਡੀ ਦਿਲ ਔਰ ਦਿਮਾਗ ਦੀ ਵਿਗੜੀ ਹੋਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵੱਲੋਂ ਚਿੱਤ ਦੀ ਰੂਹ ਨਹੀਂ ਕਰਦੀ, ਸੰਗਤ 'ਚ ਬੈਠਣ ਨੂੰ ਇੱਕ ਮਿੰਟ ਵੀ, ਘੜੀ ਵੀ ਜੀਅ ਨਹੀਂ ਕਰਦਾ। ਤੋ ਇਸ ਲਈ ਆਪ ਕਿਰਪਾ ਕਰੋ, ਇਹੋ ਜਿਹਾ ਭੋਜਨ ਦੱਸੋ ਜਿਹਦੇ ਨਾਲ ਸਾਡੀ ਸੁਰਤੀ ਜੁੜੀ ਰਹੇ ਤੇ ਹੰਕਾਰ ਇਹ ਚਲਿਆ ਜਾਵੇ। ਹਿਵੈ ਕਾਂ ਕਰ ਮੰਦਰ। ਤੀਸਰਾ ਪ੍ਰਸ਼ਨ, ਬਰਫ਼ ਹਿਮਾਲੇ ਦਾ ਘਰ ਹਿਰਦੇ ਰੂਪੀ ਮੰਦਰ ਕਿਵੇਂ ਹੋਵੇ? ਭਾਵ ਹਿਰਦੇ ਦੇ ਵਿੱਚ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ ਜੀ? ਅਗਨ ਪਿਰਾਹਨ। ਚੌਥਾ ਸਵਾਲ, ਸਰੀਰ ਦੇ ਅੰਦਰੋਂ ਕਾਮ ਕ੍ਰੋਧ ਆਦਿਕਾਂ ਦੀ ਅੱਗ ਦਾ ਪਿਰਾਹਨ ਚੋਲਾ ਕਿਵੇਂ ਦੂਰ ਹੋਵੇ ਜੀ? ਕਵਨ ਗੁਫਾ। ਪੰਜਵਾਂ ਸਵਾਲ, ਉਹ ਕਿਹੜੀ ਗੁਫਾ ਹੈ? ਜਿਤ ਰਹਿ ਅਵਾਹਨ। ਜਿਸ ਵਿੱਚ ਜੀਵ ਅਸਥਿਤ ਰਹਿਣਾ ਕਰੇ। ਇਤ ਉਤੈ ਕਿਸ ਕਉ ਜਾਣ ਸਮਾਵੈ। ਛੇਵਾਂ ਪ੍ਰਸ਼ਨ, ਇਸ ਲੋਕ ਤੇ ਉਸ ਪਰਲੋਕ ਦੇ ਵਿੱਚ ਕਿਸ ਨੂੰ ਸਮਾਇਆ ਹੋਇਆ ਜਾਣਨਾ ਕਰੇ? ਕਵਨ ਧਿਆਨ। ਸੱਤਵਾਂ ਪ੍ਰਸ਼ਨ, ਅਸਲੀ ਧਿਆਨ ਕਿਹੜਾ ਹੈ? ਮਨ ਹੈ ਸਮਾਵੈ। ਜੋ ਗੁਰਾਂ ਦੇ ਮੰਤਰ ਦੁਆਰਾ ਸ਼੍ਰੋਮਣੀ ਪਰਮੇਸ਼ਰ 'ਚ ਸਮਾਉਣਾ ਹੈ, ਉਹ ਧਿਆਨ ਦੱਸੋ ਜੀ। ਕੋਈ ਕਹਿੰਦੇ ਫੋਟੋ ਦਾ ਧਿਆਨ ਧਾਰੋ, ਕੋਈ ਕਹਿੰਦੇ ਪੱਥਰ ਦੀ ਮੂਰਤੀ ਦਾ ਧਿਆਨ ਧਾਰੋ, ਕੋਈ ਕਹਿੰਦੇ ਅੱਖਾਂ ਬੰਦ ਕਰਕੇ ਪ੍ਰਵਟਿਆਂ ਦੇ ਵਿਚਕਾਰ ਦੀ ਜਗ੍ਹਾ ਦਾ ਧਿਆਨ ਧਾਰੋ। ਉਹਦੇ ਨਾਲ ਤਾਂ ਉਹੀ ਸਿਰ ਪੀੜ ਹੋਣ ਲੱਗ ਪੈਂਦਾ। ਤੇ ਤੁਸੀਂ ਦੱਸੋ ਜੀ, ਜਿਹੜਾ ਧਿਆਨ ਪਰਮੇਸ਼ਰ 'ਚ ਸਮਾਈ ਕਰਾਉਂਦਾ ਜਾਂ ਕਿਸੇ ਪ੍ਰਕਾਰ? ਕਵਨ ਧਿਆਨ ਮਨ ਹੈ ਸਮਾਵੈ। ਕਿਹੜਾ ਧਿਆਨ ਹੈ ਜੋ ਅਸ਼ੁੱਧ ਮਨ ਨੂੰ ਸ਼ੁੱਧ ਮਨ ਵਿੱਚ ਲੀਨ ਕਰਨ ਨੂੰ ਸਮਾਉਣਾ, ਜਾਂ ਜੋ ਮਨ ਵਿੱਚ ਨਾਮ ਦਾ ਮੰਨਣ ਕਰਕੇ ਬ੍ਰਹਮ ਚ ਲੀਨ ਕਰਨਾ, ਇਹੀ ਅਸਲ ਧਿਆਨ ਹੈ। ਹਉ ਹਉ ਮੈਂ ਵਿੱਚ ਖੋਵੈ। ਸਾਧ ਸੰਗਤ ਜੀਓ, ਸਤਵੇਂ ਸਵਾਲ ਦੀ ਅੱਧੀ ਪੰਕਤੀ ਸਵਾਲ ਹੈ, ਅੱਧੀ ਪੰਕਤੀ ਉੱਤਰ ਹੈ। ਪਹਿਲਾ ਸਵਾਲ ਸੀਗਾ ਕਿ ਸ਼੍ਰੋਮਣੀ ਪਰਮੇਸ਼ਰ 'ਚ ਜਿਹੜੇ ਧਿਆਨ ਨਾਲ ਸਮਾਈਦਾ ਉਹ ਕਿਹੜਾ ਧਿਆਨ ਹੈ? ਮਹਾਰਾਜ ਕਹਿੰਦੇ ਨੇ ਕਿ ਜੋ ਮਨ ਵਿੱਚ ਨਾਮ ਦਾ ਮੰਨਣ ਕਰਨਾ ਹੈ। ਮਨ ਮੈਂ ਆਪ, ਮਨ ਆਪਣੇ ਮਨ ਮਨੇ ਸਮਾਉ। ਮਨ 'ਚ ਨਾਮ ਦਾ ਮੰਨਣ ਕਰਕੇ ਬ੍ਰਹਮ 'ਚ ਲੀਨ ਕਰਨਾ, ਇਹੀ ਅਸਲੀ ਧਿਆਨ ਹੈ। ਤੇ ਪੰਜਵਾਂ ਸਵਾਲ, ਕਮਨ ਗੁਫਾ ਜਿਤ ਰਹਿ ਅਵਾਹਨ। ਉਹ ਗੁਫਾ ਕਿਹੜੀ ਹੈ ਜਿਸ ਵਿੱਚ ਜੀਵ ਸਥਿਤ ਰਹੇ? ਤਾਂ ਮਹਾਰਾਜ ਕਹਿੰਦੇ ਹਉ ਹਉ ਮੈਂ
ਵਿੱਚੋਂ ਹੋਵੇ। ਦੇਹ ਦੀ ਹੰਤਾ ਕਿ ਮੇਰੇ ਵਿੱਚ ਬੜਾ ਬਲ ਹੈ, ਗੁਣਾਂ ਦੀ ਹੰਤਾ ਮੇਰੇ ਵਿੱਚ ਵਿਦਿਆ ਦਾ ਗੁਣ ਹੈ ਜਾਂ ਸੂਰਮਤਾਈ ਦਾ ਗੁਣ ਹੈ। ਇਸ ਤਰ੍ਹਾਂ ਆਪ ਦੇ ਗੁਣਾਂ ਦੀ ਹੰਤਾ, ਇਹ ਪਦਾਰਥਾਂ ਦੀ ਮਮਤਾ ਜਾਂ ਸੂਖਮ ਸਰੀਰ ਦੀ ਹੰਤਾ ਮਮਤਾ ਜਾਂ ਆਹੋ ਮੈਂ ਮੇਰੀ ਬਿਰਤੀ ਨੂੰ ਅੰਤੇ ਕਰਨ ਦੇ ਅੰਦਰੋਂ ਦੂਰ ਕਰਨਾ ਕਰੇ ਅਤੇ ਦੂਜਾ ਮੇਟਾ ਏਕੋ ਹੋਵਾ। ਦੁਵੈਤ ਭਾਵ ਨੂੰ ਮੇਟੇ ਨਿਵਰਤ ਕਰਕੇ ਇੱਕੋ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋ ਜਾਵੇ। ਤਦ ਜੀਵ ਇੱਕ ਰੂਪ ਗੁਫਾ ਦੇ ਵਿੱਚ ਸਥਿਤ ਰਹਿੰਦਾ ਹੈ। ਇੱਕੋ ਜਪ ਇੱਕੋ ਸਾਲਾਹੇ, ਕਿਉਂ ਇੱਕੋ ਦਾ ਜਾਪ ਜਪਣਾ, ਇੱਕੋ ਦੀ ਸਲੋਤਾ ਕਰਨੀ, ਇਹ ਤਾਂ ਹੋ ਸਕਦੀ ਹੈ। ਜੰਗ ਕਰੜਾ ਮਨ ਮੁਖ ਗਾਵਾਰ। ਪਹਿਲਾ ਸਵਾਲ ਸੀਗਾ ਮੈਣ ਦੇ ਦੰਦ ਕਿਉਂ ਖਾਈਏ ਸਾਥ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਈਏ। ਹਮਾਰੇ ਕਹਿੰਦੇ ਨੇ ਜਿਹੜਾ ਜਗਤ ਹੈ ਇਹ ਲੋਹੇ ਦੀ ਤਰ੍ਹਾਂ ਹੈ, ਜਗ ਕਰੜਾ। ਸੰਸਾਰ ਲੋਹੇ ਦੀ ਤਰ੍ਹਾਂ ਬੜਾ ਕਰੜਾ, ਬੜਾ ਸਖਤ ਹੈ। ਮਨਮੁਖ ਆਵਾਜ਼, ਇਹ ਮਨਮੁਖ ਜੀਵ ਉਸ ਵਿੱਚ ਲੱਗ ਕੇ ਬੇਸਮਝ ਹੋ ਰਿਹਾ ਹੈ। ਸਾਵਦ ਕਮਾਈਆ ਖਾਈਆ ਸਾਰ। ਉਪਦੇਸ਼ ਨੂੰ ਕਮਾਉਣਾ ਹੀ ਮੋਮ ਦੇ ਦੰਦ ਵਾਂਗ ਨਰਮ ਸਾਧਨ ਹੈ। ਇਹਨਾਂ ਨਾਲ ਸੰਸਾਰਿਕ ਲੋਹੇ ਨੂੰ ਖਾਣਾ ਕਰੀਦਾ, ਅਰਥਾਤ ਸੰਸਾਰ ਦਾ ਜਿਹੜਾ ਮੋਹ ਹੈ। ਕਹਿੰਦੇ ਨੇ ਮੋਹ ਵੱਡੇ ਪਰਿਵਾਰ ਦੀ ਸੰਗਤ, ਜਿੰਨਾ ਤੁਸੀਂ ਬੱਚੀਆਂ 'ਚ ਰਹੋਗੇ ਉਨਾ ਹੀ ਪਰਿਵਾਰ ਨਾਲ ਮੋਹ ਵਧੇਗਾ। ਜਿੰਨਾ ਗੁਰਦੁਆਰੇ ਰਹੋਗੇ ਉਨਾ ਰੱਬ ਨਾਲ ਮੋਹ ਪਏਗਾ। ਇਸ ਲਈ ਹੈ ਤਾਂ ਗੱਲ ਔਖੀ ਪਰ ਹੈ ਸੱਚੀ। ਕੋਈ ਧਾਰੇ ਜਾਂ ਨਾ ਧਾਰੇ ਸਾਡੀ ਕਮਜ਼ੋਰੀ ਹੈ। ਕਈ ਆਪਾਂ ਸੰਗਤ ਦੇ ਵਿੱਚ ਸ਼ਬਦ ਦਾ ਅਭਿਆਸ ਇੰਨਾ ਚਿਰ ਨਹੀਂ ਕਰ ਸਕਦੇ, ਪਰ ਜੇ ਸ਼ਬਦ ਵਿੱਚ ਮਨ ਟਿਕ ਜਾਏ ਤੇ ਗੁਰੂ ਕੀ ਸੰਗਤ ਦੇ ਵਿੱਚ ਚਿੱਤ ਜੁੜ ਜਾਏ ਤਾਂ ਫਿਰ ਇਹ ਜਿਹੜਾ ਕਰੜਾ ਜਗ ਹੈ, ਮਤਲਬ ਮੋਹ ਨੂੰ ਮਾਰਨਾ ਇੱਕ ਲੋਹੇ ਨੂੰ ਮਾਰਨ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਲੋਹ ਭਸਮ ਹੁੰਦੀ ਹੈ, ਸੋਨਾ ਭਸਮ ਹੁੰਦੀ ਹੈ, ਇਹਨੂੰ ਮਾਰਨਾ ਬੜਾ ਔਖਾ ਹੈ। ਪਰ ਸੁਦੇ ਸਿੱਧੀ ਦੰਦ ਤਾਂ ਮੋਹਦੇ ਨੇ ਤੇ ਜਿਹਦੀ ਕਿਰਪਾ ਹੋ ਜਾਏ ਉਹਨੂੰ ਪਤਾ ਹੀ ਨਹੀਂ ਚੱਲਦਾ। ਤੇ ਮੋਹ ਮਹਾਰਾਜ ਆਪ ਕਿਰਪਾ ਕਰਕੇ ਖਤਮ ਕਰ ਦਿੰਦੇ, ਆਪ ਦੇ ਯਤਨ ਨਾਲ ਨਹੀਂ ਹੁੰਦਾ। ਗੁਰੂ ਦੀ ਕਿਰਪਾ ਨਾਲ ਸਭ ਦੀਆਂ ਆਪਣੇ ਆਪ ਬਣਦੀਆਂ ਨੇ। ਸੋ ਜਿਹਨੂੰ ਮਹਾਰਾਜ ਨੇ ਤਾਰਨਾ ਹੋਵੇ ਉਹਦੇ ਆਪ ਕੇਅਰ ਕਰਦਾ ਹੈ। ਸੋ ਵਾਹਿਗੁਰੂ ਦੇ ਚਰਨਾਂ 'ਚ ਇਸੇ ਲਈ ਅਰਦਾਸ ਬੇਨਤੀ ਜ਼ਰੂਰੀ ਹੈ, ਲਾਜ਼ਮੀ ਹੈ। ਜਦੋਂ ਤੱਕ ਕਰਮ ਮਾੜੇ ਆਉਣ ਤਾਂ ਮਨ ਮੋਹ 'ਚ ਵੱਜ ਕੇ ਔਗਣ ਵੀ ਕਰ ਦਿੰਦਾ, ਵਿਕਾਰ ਵੀ ਕਰ ਦਿੰਦਾ, ਗਾਤਰਾ ਵੀ ਲਾ ਦਿੰਦਾ, ਕੇਸ ਵੀ ਕਟਾ ਦਿੰਦਾ, ਰੱਬ ਤੋਂ ਦੂਰ ਚਲਿਆ ਜਾਂਦਾ। ਬੰਦੇ ਦੇ ਵੱਸ ਦੀ ਕੋਈ ਬਾਤ ਨਹੀਂ। ਗਲਤੀ ਇਨਸਾਨ ਨੇ ਉਹਦੇ ਮਾੜੇ ਕਰਮ ਉਹਨੂੰ ਕਰਾਉਂਦੇ ਆ। ਜਾਂ ਚੰਗਾ ਕਰਮ ਕੋਈ ਅੱਗੇ ਆ ਜਾਏ ਤੇ ਸਭ ਕੁਝ ਉਸੇ ਤਰ੍ਹਾਂ ਹੀ ਆਪਣੇ ਆਪ ਹੀ ਸੁਧਰ ਜਾਂਦਾ। ਇਸ ਲਈ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਜ਼ਰੂਰੀ ਹੈ। ਇਹ ਜਿਹੜੇ ਦੰਦ ਨੇ ਸੰਗਤ ਵਾਲੇ, ਸ਼ਬਦ ਅਭਿਆਸ ਵਾਲੇ, ਇਹ ਮੋਮਦੇ ਨੇ ਤੇ ਜਿੰਨਾ ਵੀ ਇਹਦਾ ਅਭਿਆਸ ਕਰਾਂਗੇ ਉਹਦੇ ਨਾਲ ਸੋ ਜਿਵੇਂ ਆ ਜਿਹੜੇ ਨਿਹੰਗ ਸਿੰਘ ਨੇ, ਕਈ ਗੁਰਮੁਖ ਪਿਆਰਿਆਂ ਦਾ ਅਭਿਆਸ ਬਣਿਆ, ਉਹ ਪ੍ਰਤੱਖ ਦੰਦਾਂ ਦੇ ਨਾਲ ਚਾਰ ਟੈਰੀ ਗੱਡੀ ਖਿੱਚ ਕੇ ਲੋਡ ਕੀਤੀ ਹੋਈ ਦਿਖਾ ਦਿੰਦੇ, ਦੰਦਾਂ ਦੇ ਨਾਲ ਹੀ ਉਹਨੂੰ ਖਿੱਚ ਲੈਂਦੇ ਹਨ। ਉਹਨਾਂ ਦਾ ਅਭਿਆਸ ਜੋ ਬਣਿਆ। ਪਹਿਲਵਾਨ ਸਾਡੇ ਕੋਲ 10 ਕਿਲੋ ਭਰ ਚੁੱਕਣਾ ਬੜਾ ਔਖਾ, 100 ਸਾਈ ਹੋ ਜਾਈਦਾ, ਉਹ ਕਿੰਨੇ ਕਿੰਨੇ ਕੁਇੰਟਲ ਚੁੱਕ ਦਿੰਦੇ, ਕਿਉਂਕਿ ਅਭਿਆਸ ਹੀ ਬਣਿਆ ਖਾੜੇ ਦੇ ਵਿੱਚ ਉਹਨਾਂ ਦਾ। ਉਹ ਜਿਨ੍ਹਾਂ ਗੁਰਮੁਖਾਂ ਨੇ ਸ਼ਬਦ ਦਾ ਅਭਿਆਸ ਕੀਤਾ ਹੈ ਉਹਨਾਂ ਨੂੰ ਸੋ ਜਿਹੜਾ ਕਰੜਾ ਜਗਤ ਹੈ, ਮੋਹ ਹੈ, ਉਹ ਮੋਮ ਦੇ ਦੰਦਾਂ ਦੇ ਨਾਲ ਸੋ ਸ਼ਬਦ ਦੇ ਅਭਿਆਸ ਕਰਨ ਤੋਂ ਇਹ ਨਰਮ ਸਾਧਨ ਇਹਦੇ ਨਾਲ ਉਹ ਜਿੱਤ ਲੈਂਦੇ, ਖਾ ਲੈਂਦੇ ਨੇ। ਸਾਡੇ ਸੰਸਾਰ ਨੂੰ ਮੋਹ ਨੂੰ ਅਭਾਵ ਕਰ ਦਿੰਦੇ, ਕਿਉਂ ਸੰਸਾਰ ਦੀ ਮੋਹ ਦੀ ਨਿਵਰਤੀ ਕਰ ਲਈਦੀ ਹੈ। ਸ਼ਬਦ
ਸੁਰਤ ਕਮਾਈਐ ਖਾਈਐ ਸਾਰ। ਜੋ ਸਾਧ ਸੰਗਤ ਜੀਓ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ 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 ਕਰਦੇ ਰਹੀਏ। ਭਾਵੇਂ ਘਰ ਦੇ ਵਿੱਚ ਕੋਠੇ ਤੇ ਚੜ੍ਹ ਕੇ ਕਰੀਏ, ਕੋਠਾ ਵੀ ਇਕਾਂਤ ਹੀ ਹੈ। ਤੋ ਇਸ ਵਾਸਤੇ ਭਾਵੇਂ ਆਪ ਦੇ ਕਮਰੇ 'ਚ ਇੰਜ ਥੋੜ੍ਹਾ ਬਹੁਤਾ ਸਮਾਂ ਪਹਿਲਾਂ ਇਕਾਂਤ ਵਿੱਚ ਰਹਿਣਾ ਪੈਂਦਾ ਹੈ ਅਤੇ ਉਹਦੇ ਤੋਂ ਬਾਅਦ ਮਨ ਟਿਕ ਜਾਏ ਫਿਰ ਜਿੱਥੇ ਮਰਜ਼ੀ ਤੁਰਿਆ ਫਿਰੇ, ਪਰ ਕਮਾਈ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਮਰਜ਼ੀ ਕਰੋ। ਪਾਤਸ਼ਾਹ ਜੀ ਕਹਿੰਦੇ ਨੇ ਜੇ ਤੁਸੀਂ ਲੋਹਾ ਖਾਣਾ ਹੈ ਤਾਂ ਅਭਿਆਸ ਤਾਂ ਕਰਨਾ ਪਊਗਾ ਹੀ, ਇੱਕ ਵਾਰੀ ਦੇ ਨਾਲ ਤਾਂ ਕੁਛ ਬਣਨਾ ਨਹੀਂ ਹੈ। ਸਾਰੇ ਲੋਕ ਆਪੋ ਆਪਣਾ ਅਭਿਆਸ ਕਰਦੇ ਨੇ, ਪਹਿਲਵਾਨ ਕਰਦੇ ਨੇ, ਉਹ ਭਾਰ ਖਿੱਚਣ ਵਾਲੇ ਕਰਦੇ ਨੇ, ਜਿਹੜੇ ਦੌੜਾਕ ਨੇ ਇੱਕ ਦਿਨ ਦੇ ਵਿੱਚ ਥੋੜ੍ਹੀ ਦੌੜ ਜਿੱਤ ਲੈਂਦੇ ਨੇ, ਹੈ ਭਾਵੇਂ 100-200 ਮਿੰਟ 5-10 ਮਿੰਟਾਂ ਦੀ ਹੁੰਦੀ, ਪਰ ਦੌੜਨਾ ਤਾਂ ਡੇਲੀ ਪੈਂਦਾ ਹੈ, ਸਾਹ ਆਪਦਾ ਪਕਾਉਣਾ ਪੈਂਦਾ। ਤੋ ਇਸ ਤਰ੍ਹਾਂ ਸ਼ਬਦ ਨੂੰ ਘੁਮਾਓ ਗਾਈ ਖਾਈਆ ਸਾਰ ਤਾਂ ਤੁਸੀਂ ਸੰਸਾਰ ਦੇ ਮੋਹ ਰੂਪੀ ਲੋਹੇ ਨੂੰ ਖਾਣਾ ਕਰੋਗੇ। ਅੰਤਰ ਬਾਹਰ ਏਕੋ ਜਾਣੈ। ਜਿਹੜਾ ਕਮਾਈ ਨਾ ਕਰੇ ਉਹਨੂੰ ਕੁਛ ਪਚਦਾ, ਰੋਟੀ ਨਹੀਂ ਪਚਦੀ। ਦੁੱਧ ਪਾਣੀ ਘਿਓ ਖਾਣਾ ਤਾਂ ਬੜੀ ਦੂਰ ਦੀ ਗੱਲ ਹੈ, ਖਾਂਦਿਆਂ ਸਾਰੀ ਅਤੇ ਭੱਜਣਾ ਪੈਂਦਾ। ਇਸ ਵਾਸਤੇ ਮਿਹਦੇ ਦੀ ਕਮਜ਼ੋਰੀ ਦੂਰ ਹੋ ਜਾਏ, ਥੋੜ੍ਹਾ ਬਹੁਤਾ ਕਸਰਤ ਵਰਜਿਸ਼ ਦੀ ਲੋੜ ਹੁੰਦੀ, ਤੋ ਫਿਰ ਜਿੰਨਾ ਮਰਜ਼ੀ ਖਾਈ ਪੀ ਜਾਏ, ਫਿਰ ਕੋਈ ਪਰਵਾਹ ਨਹੀਂ। ਤੋ ਇਸ ਤਰ੍ਹਾਂ ਪਹਿਲਾਂ ਤਾਂ ਕਮਾਈ ਕਰਨੀ ਔਖੀ ਹੋਈ ਹੈ, ਕਦੀ ਕੁਛ ਕਦੀ ਕੁਛ, ਪਰ ਜਦ ਮਨ ਟਿਕ ਜਾਏ ਫਿਰ ਮਹਾਰਾਜ ਕਦੋਂ ਕਦੀ ਕਰਾਉਂਦਾ। ਕਿਉਂ ਜਿਹੜਾ ਲੋਹਾ ਖਾਣਾ ਹੈ ਇਹ ਕੋਈ ਆਮ ਬੰਦੇ ਦੀ ਵੱਸ ਦੀ ਬਾਤ ਨਹੀਂ, ਅਭਿਆਸ ਵਾਲੇ ਹੀ ਖਾ ਸਕਦੇ ਹਨ। ਉਹ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਉਹ ਸੰਸਾਰ ਨੂੰ ਲੋਹੇ ਦੀ ਤਰ੍ਹਾਂ ਅਭਾਵ ਕਰਨ ਦੇ ਕਰਕੇ ਉਹਦਾ ਮੋਹ ਨਿਵਰਤ ਕਰ ਦਿੰਦੇ ਹਨ। ਅੰਤਰ ਬਾਹਰ ਏਕੋ ਜਾਣੈ। ਛੇਵਾਂ ਸਵਾਲ ਸੀਗਾ ਕਿ ਇਹ ਤੁਰ ਕਿਸ ਕੋ ਜਾਣ ਸੰਭਾਲੇ। ਇੱਧਰ ਉੱਧਰ ਇਸ ਲੋਕ ਪਰਲੋਕ ਦੇ ਵਿੱਚ ਕਿਸ ਨੂੰ ਜਾਣੇ। ਮਹਾਰਾਜ ਕਹਿੰਦੇ ਨੇ ਕਿਹਨੂੰ ਜਾਣਨਾ, ਵਾਹਿਗੁਰੂ ਨੂੰ ਹੀ ਜਾਣਨਾ। ਅੰਦਰ ਬਾਹਰ ਇੱਕੋ ਜਾਣਾ। ਅੰਦਰ ਬਾਹਰ ਭਾਵ ਲੋਕ ਪਰਲੋਕ ਵਿੱਚ ਇੱਕ ਵੈਗੁਰੂ ਪਰਮੇਸ਼ਰ ਨੂੰ ਜਾਣਨਾ ਕਰੇ। ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਸਤਿਗੁਰਾਂ ਦਾ ਭਾਣਾ ਮੰਨਣੇ ਕਰਕੇ ਹੀ ਅੱਗ ਮਰਦੀ ਹੈ। ਅੱਗ ਕਿਹੜੀ ਹੈ? ਸਾਡੇ ਹਿਰਦੇ ਵਿੱਚ ਲਟਾ ਲਟ ਬਲ ਰਹੀ ਹੈ, ਈਰਖਾ ਦੀ ਅੱਗ। ਆਪਾਂ ਕਿਸੇ ਦੀ ਸ਼ੋਭਾ ਵੇਖ ਕੇ, ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦੇ। ਇਹੀ ਤਾਂ ਅੱਗ ਹੈ, ਕ੍ਰੋਧ ਦੀ ਅੱਗ ਹੈ। ਕਿਸੇ ਦਾ ਕਿਹਾ ਹੋਇਆ ਬਚਨ ਆਪਾਂ ਸਹਾਰ ਨਹੀਂ ਸਕਦੇ, ਕ੍ਰੋਧ ਵਿੱਚ ਆ ਜਾਈਦਾ। ਕਾਲ ਦੀ ਅਗਨੀ ਹੈ ਜੋ ਸਭਨਾਂ ਨੂੰ ਸਾੜੀ ਜਾ ਰਹੀ ਹੈ ਤੇ ਸਭਨਾਂ ਨੂੰ ਲਈ ਜਾ ਰਹੀ ਹੈ। ਕਈ ਵਿਦਵਾਨ 45ਵੀਂ ਪੌੜੀ ਦੀ ਅਖੀਰਲੀ ਸਾਰੀ ਤੁਕ ਦਾ ਪ੍ਰਸ਼ਨ ਬਣਾ ਕੇ 46ਵੀਂ ਪੌੜੀ ਦੀ ਅਖੀਰਲੀ ਤੁਕ ਵਿੱਚ ਉੱਤਰ ਦਿੰਦੇ ਨੇ ਕਿ ਇੰਜ ਵੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜੀ ਕਾਲ ਦੀ ਈਰਖਾ ਦੀ ਦੁਬਦਾ ਦਵੈ ਦੀ ਅੱਗ ਮਰਦੀ ਹੈ। ਕਵਨ ਧਿਆਨ ਮਨ ਮਨਹ ਸਮਾਵੈ। ਉਹ ਧਿਆਨ ਜਿਹੜਾ ਹੈ ਜਿਸ ਕਰਕੇ ਮਨ ਮਨੌਤ ਵੱਲੋਂ ਹਟ ਕੇ ਸ਼ੁੱਧ ਸਰੂਪ ਪਰਮਾਤਮਾ ਵਿੱਚ ਸਮਾ ਜਾਏ। ਪਾਤਸ਼ਾਹ ਇਸ ਪੰਕਤੀ ਦੀ ਰਾਹੀਂ ਉੱਤਰ ਬਖਸ਼ਦੇ ਨੇ। ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ। ਸਤਿਗੁਰੂ ਜੀ ਕਥਨ ਕਰਦੇ ਕਿ ਗੁਰਾਂ ਦੇ ਹੁਕਮ ਨੂੰ ਮੰਨਣ ਰੂਪ ਧਿਆਨ ਨੂੰ ਧਾਰਨਾ ਕਰੇ ਤਾਂ ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ ਇਹ ਮਰ ਜਾਂਦੀ ਹੈ ਅਤੇ ਮਨ ਮਨੌਤ ਵੱਲੋਂ ਹਟ ਕੇ ਸ਼ੁੱਧ ਸਰੂਪ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਸੱਚ ਪੈ ਰਾਤਾ ਗਰਭ ਨਿਵਾਰੈ। ਦੂਸਰੇ ਸਵਾਲ ਦੇ ਅੰਦਰ ਸਿੱਧਾ ਨੇ ਕਿਹਾ ਸੀ ਕਿ ਇਹ ਮਹਾਰਾਜ
ਜਿਤ ਗਰਭ ਜਾਏ ਸੋ ਕਵਣ ਆਹਾਰ। ਉਹ ਭੋਜਨ ਕਿਹੜਾ ਹੈ ਜਿਹਦੇ ਨਾਲ ਹੰਕਾਰ ਚਲਿਆ ਜਾਏ, ਅਫਰੀਮਾਂ ਦੂਰ ਹੋ ਜਾਏ। ਤਾਂ ਪਾਤਸ਼ਾਹ ਫਰਮਾਉਂਦੇ ਨੇ ਸੱਚ ਭੈ ਰਤਾ। ਗੁਰੂ ਉਪਦੇਸ਼ ਦੁਆਰਾ ਸੱਚੇ ਪਰਮੇਸ਼ਰ ਦੇ ਭੈ ਦੇ ਵਿੱਚ, ਡਰ ਦੇ ਵਿੱਚ ਰੰਗਿਆ ਹੋਇਆ ਹੀ ਗਰਭ ਨਿਵਾਰੈ ਹੰਕਾਰ ਨਿਵਰਤ ਹੋ ਸਕਦਾ ਹੈ। ਜਿਸ ਤਰ੍ਹਾਂ ਬੱਕਰੀ ਨੂੰ ਜਿੰਨਾ ਮਰਜ਼ੀ ਖਵਾਈ ਜਾਓ ਖਵਾਈ ਜਾਓ, ਤੇ ਬਸ ਸ਼ੇਰ ਦੇ ਕੋਲ ਬੰਨ ਦਿਓ, ਉਹ ਡਰ ਦੇ ਨਾਲ ਹੀ ਵਿਚਾਰੀ ਸੁੱਕੀ ਜਾਊਗੀ। ਤੇ ਉਹਨੂੰ ਪਤਾ ਹੋਊਗਾ ਕਿ ਇੱਕ ਨਾ ਇੱਕ ਦਿਨ ਮੇਰੀ ਮੌਤ ਆ ਜਾਣੀ ਹੈ। ਕੰਧਾਂ 'ਤੇ ਲਿਖਿਆ ਹੁੰਦਾ ਕਿ ਪਰਮਾਤਮਾ ਹਰ ਮੌਤ ਨੂੰ ਹਮੇਸ਼ਾ ਯਾਦ ਰੱਖੇ। ਜਿਸ ਰੱਬ ਨੇ ਸਾਨੂੰ ਜਾਨ ਦਿੱਤੀ ਹੈ ਉਹਨੇ ਵਾਪਸ ਵੀ ਲੈਣੀ ਹੈ। ਜਿੰਨਾ ਮਰਜ਼ੀ ਖਾਓ ਪੀਓ ਹੰਡਾਓ ਹੱਸੋ ਜੋ ਮਰਜ਼ੀ ਕਰੋ, ਪਰ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਸਾਨੂੰ ਫਤਿਹ ਬਣਾਉਣੀ ਪੈਣੀ ਹੈ। ਇਹ ਬਾਗ ਬਗੀਚਾ ਹਮੇਸ਼ਾ ਕੱਢਿਆ ਨਹੀਂ ਰਹਿਣਾ। ਨਦੀਆਂ ਵਾਹ ਵਿਸ਼ਨਿਆ ਮੇਲਾ ਸੰਜੋਗੀ ਰਾਮ, ਇੱਥੇ ਹਮੇਸ਼ਾ ਮੇਲਾ ਨਹੀਂ ਰਹਿਣਾ ਹੈ। ਇਹ ਮੇਲੇ ਨੂੰ ਛੱਡਣਾ ਪੈਣਾ ਹੈ, ਛੱਡ ਕੇ ਤੁਰਨਾ ਪੈਣਾ। ਜੇ ਯਾਦ ਰੱਖਾਂਗੇ ਤੇ ਆਪਣੇ ਆਪ ਹੀ ਮਹਾਰਾਜ ਦੀ ਕਿਰਪਾ ਰਹੂਗੀ। ਕਹਿੰਦੇ ਹਨ ਇਹੀ ਸਵਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀਤਾ ਸੀਗਾ, ਕਿਉਂਕਿ ਮਹਾਰਾਜ 6.5 ਫੁੱਟ 7 ਫੁੱਟ ਉੱਤੇ ਲੰਮੇ ਜਵਾਨ ਸੀ, ਚੰਗਾ ਗੁੱਸਾ ਸੀ। ਤੇ ਬਾਬੇ ਬੁੱਢੇ ਨੇ ਜਿਹੜਾ ਵਰ ਦਿੱਤਾ ਵੀ ਮੁੱਕਾ ਮਾਰ ਕੇ ਤੁਰਕਾਂ ਦੇ ਸਿਰ ਭੁੰਨਿਆ ਕਰੂਗਾ, ਤੇ ਉਹ ਮਹਾਰਾਜ ਇੰਨੇ ਬਲ ਵਾਲੇ ਸੀਗੇ ਜਿੱਥੇ ਪੈਰ ਰੱਖਦੇ ਧਰਤੀ ਹਿੱਲ ਜਾਂਦੀ। ਕਹਿੰਦੇ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਵਾਹਿਗੁਰੂ ਵਾਹਿਗੁਰੂ ਕਰੋ, ਤੇ ਮਹਾਰਾਜ ਸਾਥੋਂ ਤਾਂ ਉੱਠਿਆ ਨਹੀਂ ਜਾਂਦਾ, ਸਾਨੂੰ ਨੀਂਦ ਨਹੀਂ ਛੱਡਦੀ ਜੀ, ਤੇ ਸਾਨੂੰ ਤਾਂ ਜੇ ਚਿੱਤ ਲਾਈਏ ਤਾਂ ਵੀ ਨਹੀਂ ਲੱਗਦਾ ਜੀ, ਕਿਉਂਕਿ ਗੁਰੂ ਸਾਹਿਬ ਆਪ ਕਿਰਪਾ ਕਰਕੇ ਹੱਥੀਂ ਖੁਰਾਕ ਖਵਾਉਂਦੇ ਤੇ ਖੁਰਾਕ ਖਾ ਕੇ ਚੰਗਾ ਉਹ ਵੀ ਤਗੜਾ ਹੋਇਆ ਸੀਗਾ। ਮਹਾਰਾਜ ਦੇ ਬਰਾਬਰ ਦੇ ਬਲ ਵਾਲਾ ਹੀ ਸੀਗਾ, ਤੇ ਮਾਣ ਵਿੱਚ ਕਈ ਵਾਰ ਕਹਿ ਵੀ ਦਿੰਦਾ ਵੀ ਆਪ ਗੁਰੂ ਸ਼ਕਤੀ ਵਰਤ ਕੇ ਮੇਰੇ ਉੱਪਰ ਭਾਰੂ ਹੋ ਜਾਂਦੇ, ਜੇ ਸ਼ਕਤੀ ਨਾ ਵਰਤੋ ਫਿਰ ਮੈਂ ਤੁਹਾਨੂੰ ਵੀ ਢਾਹ ਦਾਂ। ਤਾਂ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਪੈਂਦੇ ਹਾਂ ਮੱਲ ਅਖਾੜੇ ਵਿੱਚ ਘੋੜ ਕਬੱਡੀ 'ਚ ਸ਼ਕਤੀਆਂ ਨਹੀਂ ਵਰਤੀਆਂ ਸੀ, ਤਾਂ ਸਰੀਰ ਦਾ ਬਲ ਹੀ ਵਰਤੀਆਂ। ਤੋ ਇੰਝ ਜਦ ਮਹਾਰਾਜ ਨੂੰ ਸਵਾਲ ਕੀਤਾ ਤਾਂ ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਵੀ ਤੂੰ ਕਿਹੋ ਜਿਹੀਆਂ ਗੱਲਾਂ ਮਾਰੀਆਂ, ਤੂੰ ਤਾਂ 7 ਦਿਨਾਂ ਦੇ ਅੰਦਰ ਅੰਦਰ ਚੜ੍ਹਾਈ ਕਰ ਜਾਣਾ, ਮਰ ਜਾਣਾ, ਉਹ ਗੱਲਾਂ ਮਾਰੀਆਂ। ਕਹਿੰਦਾ ਜੀ ਹੈ ਉਹਦੀ ਸ਼ਰਧਾ ਵੀ ਸੀ ਮਹਾਰਾਜ ਦੇ ਉੱਪਰ, ਪਤਾ ਸੀ ਕਿ ਗੁਰੂ ਸਾਹਿਬ ਜਿਹੜਾ ਵਚਨ ਕਰਦੇ ਨੇ ਉਹ ਪੂਰਾ ਹੋ ਜਾਂਦਾ, ਝੂਠਾ ਵਚਨ ਗੁਰੂ ਸਾਹਿਬ ਨਹੀਂ ਬੋਲਦੇ, ਉਹਨੂੰ ਯਕੀਨ ਆ ਗਿਆ। ਫਿਰ ਉਹਨੇ ਖਾਣਾ ਪੀਣਾ ਹੱਸਣਾ ਖੇਡਣਾ ਸੌਣਾ, ਇੱਥੋਂ ਤੱਕ ਵੀ ਗੁਰਦੁਆਰੇ ਆਉਣਾ ਵੀ ਛੱਡ ਦਿੱਤਾ। ਕਹਿਣ ਦਾ ਭਾਵ ਇਹ ਜੀਓ ਹੀ ਨਾ ਕਰੇ, ਤੇ ਕੁਛ ਵੇਖਣ ਨੂੰ ਕਿਸੇ ਨਾਲ ਬੋਲਣ ਨੂੰ, ਤੇ ਘਰ ਵਾਲੀ ਖਾਣ ਨੂੰ ਕਹੇ ਤੇ ਕਹੇ ਮੇਰਾ ਦਿਲ ਨਹੀਂ ਹੈ, ਮੈਨੂੰ ਭੁੱਖ ਨਹੀਂ ਹੈ। ਇਸ ਤਰੀਕੇ ਦੇ ਨਾਲ ਕਾਫੀ ਉਹ ਕਮਜ਼ੋਰ ਜਿਹਾ ਹੋ ਗਿਆ। ਦਿਨ ਗਿਣਦਾ ਰਿਹਾ, 1 ਦਿਨ 2 ਦਿਨ 4 ਦਿਨ 5 ਦਿਨ ਕਰਦਿਆਂ ਕਰੋਂਦੇ 8 ਦਿਨ ਲੰਘ ਗਏ, ਤੇ ਜਦ 8 ਦਿਨ ਵੀ ਲੰਘ ਗਏ ਸੋਚਿਆ ਮਨਾ ਵੀ ਮਹਾਰਾਜ ਕਹਿੰਦੇ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ, ਮੈਂ ਤਾਂ ਮਰਿਆ ਹੀ ਨਹੀਂ। ਆ ਕੇ ਫਿਰ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਨਾ ਮਹਾਰਾਜ ਮਖੌਲ ਕੀਤਾ, ਮੈਂ ਸੱਚ ਸਮਝ ਕੇ ਬੈਠ ਗਿਆ। ਮਹਾਰਾਜ ਕਹਿੰਦੇ ਕੀ ਹੋਇਆ? ਚੰਗਾ ਚੇਤਾ ਭੁੱਲ ਗਿਆ ਵੀ ਆਪਾਂ ਕੀ ਆਖਿਆ ਸੀ। ਕਹਿੰਦੇ ਤੁਸੀਂ ਆਖਿਆ ਸੀਗਾ 7 ਦਿਨਾਂ ਦੇ ਅੰਦਰ ਅੰਦਰ ਤੂੰ ਚੜ੍ਹਾਈ ਕਰ ਜਾਣਾ। ਮਹਾਰਾਜ ਕਹਿੰਦੇ ਹਾਂ, ਤੂੰ ਦੱਸ ਨਹੀਂ ਦਿੱਤੇ, ਇੰਨੇ ਦਿਨ ਆਇਆ ਹੀ ਨਹੀਂ, ਕਿੱਥੇ ਰਿਹਾ? ਕਹਿੰਦਾ ਜੀ ਮੈਂ ਤਾਂ ਵਚਨ ਆਪ ਦਾ ਸੱਚਾ ਮੰਨ ਕੇ ਸਭ ਕੁਝ ਹੀ ਛੱਡ ਬੈਠਾ, ਮੈਨੂੰ ਤਾਂ ਕੇਵਲ ਮੌਤ ਹੀ ਯਾਦ ਸੀ, ਤੇ ਆਪ ਦਾ ਵਚਨ ਹੀ ਮੈਂ ਸੋਚੀ ਗਿਆ। ਤੇ ਮਹਾਰਾਜ ਤੁਸੀਂ ਦੱਸ ਦਿੰਦੇ ਵੀ ਇਹ ਵਚਨ ਆਪਾਂ ਨੇ ਮਖੌਲ ਦੇ ਵਿੱਚ ਆਖਿਆ। ਗੁਰੂ ਸਾਹਿਬ ਕਹਿੰਦੇ ਵੀ ਆਪਾਂ ਮਖੌਲ ਨਹੀਂ ਕਰਦੇ, ਇਹਨੂੰ ਉਪਦੇਸ਼ ਦੇ ਕੇ ਸਮਝਾਇਆ। ਹੁਣ ਤੂੰ ਦੱਸ ਕਿ ਇੰਨੇ 7 ਦਿਨਾਂ ਦੇ ਵਿੱਚ ਕੋਈ ਵਿਕਾਰ ਦਾ ਚੇਤਾ ਆਇਆ? ਕਹਿੰਦਾ ਵਿਕਾਰ ਦੀ ਗੱਲ ਕਰਦੇ ਹੋ? ਮਹਾਰਾਜ ਕਹਿੰਦਾ ਸੀ ਨਾ ਵੀ ਇੰਨੇ ਬਲ ਵਾਲੇ ਹੋ, ਤੁਸੀਂ ਵਿਕਾਰਾਂ ਤੋਂ ਕਿਵੇਂ ਬਚ ਕੇ ਰਹਿੰਦੇ?
ਤੇ ਸਾਥੋਂ ਦਾ ਬਚਿਆ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਦੱਸ ਭਾਈ। ਕਹਿੰਦੇ ਜੀ ਵਕਾਰਾਂ ਦੀ ਗੱਲ ਤਾਂ ਕੀ ਕਹਿਣੀ, ਮੈਨੂੰ ਤਾਂ ਖਾਣ ਦਾ ਵੀ ਚੇਤਾ ਨਹੀਂ ਰਿਹਾ, ਮੈਂ ਤਾਂ ਸਭ ਕੁਝ ਛੱਡ ਬੈਠਾ। ਪਰ ਕਹਿੰਦੇ ਇਸੇ ਤਰ੍ਹਾਂ ਉਹ 7 ਦਿਨ ਜਿਸ ਡਰ ਦੇ ਵਿੱਚ ਰਿਹਾ ਹੈ, ਜੇ ਤਾਂ ਕਿਸੇ ਨੂੰ ਆਖੋ ਕਿ ਹੱਥ ਧੋ ਕੇ ਗੁਰੂ ਸਾਹਿਬ ਨੂੰ ਲਾਉਣੇ ਨੇ, ਪਤਾ ਚੌਰ ਵਾਲੇ ਜਿਹੜੇ ਹੱਥ ਨੇ ਤੇ ਉਹ ਵੀ ਪ੍ਰਸ਼ਾਦ ਨੂੰ ਨਹੀਂ ਲਾਈਦਾ, ਕਿਉਂਕਿ ਚੌਰ ਦੀ ਡੰਡੀ ਦੇ ਵਿੱਚ ਹੱਡੀ ਹੁੰਦੀ ਹੈ, ਪਹਾੜੀ ਗਾਂ ਦੀ ਇਹ ਪੂਛ ਵਿੱਚ ਹੱਡੀ ਹੁੰਦੀ ਹੈ। ਤੇ ਨਾਨਕਸਰ ਵਾਲੀ ਮਹਾਂਪੁਰਖ ਤਾਈਓ ਮੋਰ ਦੇ ਖੰਭਾਂ ਦਾ ਚੌਰ ਵਰਤਦੇ ਹੁੰਦੇ। ਗੁਰੂ ਸਾਹਿਬ ਨੇ ਤਾਂ ਆਖਿਆ ਕੇਸਾਂ ਕਾ ਕਰ ਚਬਰ ਢਲਾਵਾ, ਚਰਨ ਧੂੜ ਮੁਖ ਲਾਈ। ਇਸ ਤਰੀਕੇ ਦੇ ਨਾਲ ਸੁਚਮਤਾ ਦੀ ਗੱਲ ਕਰੋ ਕਿ ਲੋਕ ਝਾਟੀ ਕਹਿ ਦਿੰਦੇ ਨੇ ਬਿਨਾਂ ਹੀ ਸੋਚਣ ਤੋਂ ਬ੍ਰਾਹਮਣ ਰੀਤੀ, ਬ੍ਰਾਹਮਣ ਰੀਤੀ। ਤੇ ਕਈ ਲੇਖ ਕੇ ਵੀ ਕਮੈਂਟ ਕਰ ਦਿੰਦੇ ਹੈ ਇਹ ਰਹਿਤ ਗੁਰੂ ਸਾਹਿਬ ਦੀ। ਕਲਗੀਧਰ ਦੇ ਬਚਨ ਨੇ ਰਹਿਣੀ ਰਹਿ सोई सिख मेरा ओ साहिब मैं उसका चीरा, रहत बिना न सिख कहावे रहत बिना न झूठा खावे। तो ना प्रसाद वरताउण लगे मूँह ढक लो, कपड़ा बंद हो या लंगर वरताउण ਦੀਆਂ ਗੱਲਾਂ ਨਾ ਕਰੋ, थुक ਪੈਂਦੇ ਨੇ, ਕਹਿਣਗੇ ਬ੍ਰਾਹਮਣ ਰੀਤੀ। ਇਹ ਜਦ ਹੁਣ ਕਰੋਨਾ ਦਾ ਮਤਲਬ ਕਿ ਮੌਤ ਦਾ ਖਦਸ਼ਾ ਹੈ, ਪਤਾ ਵੀ ਮਰ ਜਾਣਾ, ਮੌਤ ਤੋਂ ਡਰਦੇ ਆਪਾਂ ਇਹ ਸਭ ਕੁਝ ਕਰ ਰਹੇ ਹਾਂ। ਕਦੀ ਸੈਨੀਟਾਈਜ਼ ਕਰਦੇ ਆ, ਕਦੀ ਕੁਛ ਕਰਦੇ ਆ। ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਆਖਿਆ ਵੀ ਹੱਥ ਨਹੀਂ ਮਿਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਓ, ਸ਼ੁਰੂ ਤੋਂ ਹੀ ਮਰਜ਼ਾਦਾ ਹੈ। ਤੇ ਪਹਿਲਾਂ ਲੋਕ ਗੁੱਸਾ ਕਰਦੇ ਵੀ ਵੇਖੋ ਜੀ ਇਹ ਤਾਂ ਹੱਥ ਨਹੀਂ ਮਿਲਾਉਣੀ। ਮੌਤ ਤੋਂ ਡਰਦੇ ਅਸੀਂ ਸਭ ਕੁਝ ਕਰਨ ਲਈ ਤਿਆਰ ਹਾਂ, ਕਿਉਂਕਿ ਡਰ ਜੂਗਾ ਵੀ ਮਰ ਜਾਣਾ, ਪਰ ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਜਿੰਨਾ ਮੌਤ ਤੋਂ ਡਰਦੇ ਹਾਂ ਜੀ, ਇੰਨਾ ਗੁਰੂ ਤੋਂ ਡਰੀਏ ਤੇ ਆਪਣੇ ਆਪ ਹੀ ਅਫਵਾਹਾਂ ਖਤਮ ਹੋ ਜਾਣ, ਖਾਣਾ ਪੀਣਾ ਆਪਣੇ ਆਪ ਹੀ ਸਹੀ ਹੋ ਜਾਏ। ਇਹੀ ਖਾਣਾ ਸਹੀ ਹੈ ਜੋ ਪਰਮੇਸ਼ਰ ਦੇ ਭੈ ਦੇ ਵਿੱਚ, ਗੁਰੂ ਦੇ ਡਰ ਦੇ ਵਿੱਚ ਰਹਿ ਕੇ ਛਕਣਾ ਹੈ। ਮਤਲਬ ਰੱਬ ਨੇ ਸਰੀਰ ਖਾਣ ਪੀਣ, ਹੱਸਣ ਖੇਡਣ, ਮੌਜਾਂ ਮਸਤੀਆਂ ਮਾਣਨ ਵਾਸਤੇ ਹੋਈਆਂ ਕਿ ਨਹੀਂ ਪਾਰਟੀਆਂ ਪੁਲਟੀਆਂ ਬੰਦ, ਪੈਲਸਾਂ ਦੇ ਖਰਚੇ। ਜੇ ਬੰਦਾ ਕੋਈ ਆਖੇ ਤੇ ਫਿਰ ਕਹਿਣਾ ਵੀ ਸਾਡੀ ਖੁਸ਼ੀ ਜੀ ਵਿਗੜਨ ਪਾ ਰਹੇ, ਕਿਉਂਕਿ ਸਾਡਾ ਸਿੰਘ ਹੀ ਖੁਦ ਕੱਟਿਆ ਫਤਿਹਗੜ੍ਹ ਸਾਹਿਬ ਦਾ ਹੈੱਡ ਗ੍ਰੰਥੀ, ਉਹਨੇ ਪੋਸਟ ਵੀ ਪਾਈ ਸੀ। ਸਿਰ ਫਿਰਿਆਂ ਨੂੰ ਕਿਤੇ ਕਹਿ ਬੈਠਾ ਭਾਈ ਸਾਹਿਬਜ਼ਾਦਿਆਂ ਦਾ ਸਥਾਨ, ਤੇ ਦਿਨ ਦਸੰਬਰ ਦੇ ਚੱਲਦੇ, ਤੁਸੀਂ ਅੱਧੀ ਰਾਤ ਡੰਮ ਡੰਮ ਠਾ ਠਾ ਹੁਣ ਤੇ ਬੰਦ ਕਰ ਦਿਓ। ਉਹਨਾਂ ਹੋਰ ਤਾਂ ਕੁਛ ਵੇਖਿਆ ਚਾਖਿਆ ਨਹੀਂ, ਤੇ ਡੈਂਗ ਨੂੰ ਕੀਤੀ, ਉਹਨੂੰ ਫੜ ਕੇ ਕਹਿਣ ਲੱਗੇ ਤੁਹਾਨੂੰ ਦੱਸ ਦਿਆਂ ਪਤਾ ਕਿ ਸਾਡੀ ਖੁਸ਼ੀ 'ਚ ਆ ਕੇ ਵਿਗੜ ਪਾ ਰਿਹਾ। ਤੇ ਉਹਨੂੰ ਮਰਜ਼ਾਦਾ ਹੁਣ ਅਸੀਂ ਸਮਝਾਉਂਦੇ ਹਾਂ, ਉਹ ਵਿਚਾਰੇ ਜੀ ਬੇਅਦਬੀ ਕਰ ਦਿੱਤੀ। ਹੁਣ ਕੋਈ ਬੰਦਾ ਪੁੱਛੇ ਮੈਨੂੰ ਮਾਫ ਕਰਨਾ, ਕੋਈ ਮਖੌਲ ਜਾਂ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ, ਗੱਲ ਚੱਲ ਰਹੀ ਹੈ ਡਰ ਦੀ। ਗੁਰਦੁਆਰਾ 5 ਫੇਸ ਦੇ ਬਿਲਕੁਲ ਫਰੰਟ ਸਾਈਡ ਉਧਰ ਕਥਾ ਸ਼ੁਰੂ ਹੋਣੀ। ਕਈ ਵਾਰ ਸਿੰਘ ਮੈਨੂੰ ਯਾਦ ਕਰ ਲੈਂਦੇ ਕਿ ਉਹ ਕਥਾ ਵਾ ਛੁੱਟੀ 'ਤੇ ਗਿਆ ਤੇ ਮੈਂ ਕਥਾ ਕਰਦਾ, 4-5 ਦਿਨ ਬੜੇ ਔਖੇ ਨਿਕਲੇ। ਉਧਰ ਉਹਨਾਂ ਦਾ ਰਾਗ ਰੰਗ ਸ਼ੁਰੂ ਹੋ ਜਾਣਾ, ਉਧਰ ਕਥਾ ਕੀਰਤਨ ਦਾ ਟਾਈਮ ਹੋਣਾ, ਨਾ ਕੋਈ ਕਹਿ ਸਕੇ, ਕਿਉਂਕਿ ਸੜਕ ਤੋਂ ਪਾਰ ਜਗ੍ਹਾ ਉਹਨਾਂ ਦੀ ਆਪ ਦੀ। ਇਸ ਵਾਸਤੇ ਦੁਨੀਆ ਉਹ ਨਹੀਂ ਮੰਨਦੀ। ਹੁਣ ਮੌਤ ਦਾ ਖਤਰਾ ਹੈ ਤੇ ਸਾਰੇ ਕਹਿਣਗੇ ਵੀ ਹਾਂ ਬਰਾਤੀਏ 5 ਹੋਣੇ ਚਾਹੀਦੇ। ਹਾਂਜੀ ਠੀਕ ਹੈ ਜੀ, ਖਾਣਾ ਦਾਣਾ ਸਹੀ ਹੋਣਾ ਚਾਹੀਦਾ, ਪੈਲਸ ਪੁਲਸ ਸਭ ਖਤਮ। ਤੇ ਜੇ ਮਹਾਰਾਜ ਦੀ ਗੱਲ ਮੰਨ ਲਈਏ ਤਾਂ ਕਿੰਨਾ ਚੰਗਾ ਹੋਵੇ ਦੱਸੋ। ਪਰ ਗੁਰੂ ਦੀ ਗੱਲ ਮੰਨਣ ਵਾਸਤੇ ਆਪਾਂ ਤਿਆਰ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਅਫਰੇਵਾ ਹੰਕਾਰ ਦੀ ਨਿਵਰਤੀ ਤਾਂ ਦੂਰ ਹੁੰਦੀ ਹੈ, ਸੱਚ ਭੈ ਰਾਤਾ। ਝੂਠੇ ਡਰ ਦੇ ਵਿੱਚ ਨਾ ਰਤੀਏ ਵੀ ਡੀਸੀ ਆ ਕੇ, ਪੁਲਿਸ ਵਾਲੇ ਆ ਕੇ ਕੇਸ ਪਾ ਦੇਣਗੇ ਇੰਨੀ ਧਾਰਾ ਦਾ ਤੇ ਇੰਨਾ ਜੁਰਮਾਨਾ ਕਰ ਦੇਣਗੇ। ਵੇਲੇ ਕਹਿੰਦੇ ਨੇ ਵੀ ਇੰਨੇ ਤੁਹਾਨੂੰ ਜੁਰਮਾਨਾ ਪਾਵਾਂਗੇ, ਇਹ ਤਾਂ ਚੁੱਪ ਕਰਕੇ ਬੈਠ ਜਾਓ। ਉਹਨਾਂ ਦੇ ਝੂਠੇ ਡਰ ਨੂੰ ਤਾਂ ਆਪਾਂ ਮੰਨਣ ਨੂੰ ਤਿਆਰ ਹਾਂ, ਪਰ ਸੱਚ ਭੈਰਾ ਦਾ ਸੱਚੇ ਦੇ ਡਰ ਤੋਂ ਆਪਾਂ ਨਾ ਭੁੱਲਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਡਰ ਦੇ ਵਿੱਚ ਵੇਖੋ ਸੂਰਜ ਵੀ ਹੈ, ਚੰਦਰਮਾ ਵੀ ਹੈ। ਅਸੀਂ ਬੰਦੇ ਕਿੰਨੇ ਨਿਕੰਮੇ ਆ, ਸਿੱਖ
बनवा के भी महाराज का डर नहीं मानते। पै विच पवन वह सदवाओ, पै विच चले लख दरी आओ। ते इस पंक्ति दे अपना पौड़ी दे विच महाराज ने आख्या है कि पै विच सूरज पै विच चंद को करोड़ी चलखना, पर असी ही इंसान इन्ने ढीठ आ कि गुरु के सिख कमाते हुए भी गुरु साहब जी डर के पै तो मुक्त हाँ। ਉਹੀ ਨੱਕ ਸੁਣ ਕੇ ਜਾਵਾਂਗੇ, ਰੁਮਾਲ ਨਾਲ ਪੂੰਝ ਪਾਂਝ ਕੇ ਜੇਬ 'ਚ ਪਾ ਕੇ ਉਸ ਤਰ੍ਹਾਂ ਗੁਟਕੇ ਨੂੰ ਲਾਈ ਜਾਣਾ। ਉਸ ਤਰ੍ਹਾਂ ਗੁਟਕਾ ਪੁੱਠਾ ਸਿੱਧਾ ਥੱਲੇ ਰੱਖਿਆ, ਮੱਥਾ ਟੇਕਣ ਲੱਗਿਆ ਵੀ ਉਹਨੂੰ ਗੁਟਕੇ ਨੂੰ ਵੀ ਨਾਲ ਹੀ ਉਸ ਤਰ੍ਹਾਂ ਪੈਰ ਪਲੋਸੀ ਜਾਵਾਂਗੇ, ਉਸੇ ਤਰ੍ਹਾਂ ਕੰਨ 'ਚ ਖੁਰਕੀ ਜਾਵਾਂਗੇ। ਜੇ ਕਰੋਨਾ ਦਾ ਡਰ ਹੈ ਫਿਰ ਕਹਿਣਾ ਦਸਤਾਨੇ ਪਾਓ ਜੀ। ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ, ਸੱਚ ਭੈ ਰਾਤਾ। ਜੇ ਸੱਚੇ ਪਰਮੇਸ਼ਰ ਦੇ ਡਰ ਵਿੱਚ ਰੰਗੇ ਜਾਈਏ ਤਾਂ ਕਿੰਨੀ ਕਿਰਪਾ ਹੋਵੇ। ਗਰਭ ਨਿਵਾਰੈ ਸਾਡਾ ਹੰਕਾਰ ਨਿਵਰਤ ਹੋ ਸਕਦਾ ਹੈ। ਜਿਹੜੀ ਡਾਕਟਰ ਦੀ ਸਫਾਈ ਹੈ ਉਹ ਤਾਂ ਸਾਨੂੰ ਮੌਤ ਤੋਂ ਬਚਾਉਂਦੀ ਹੈ। ਤਾਂ ਕਿਸੇ ਨੇ ਕੈਂਪ ਲਾਇਆ ਸੀਗਾ ਤੇ ਕੈਂਪ ਦੇ ਵਿੱਚ ਉਹ ਹੀ ਆਪਰੇਸ਼ਨ ਕਰ ਸੁੱਟੇ ਤੇ ਉਹ ਸਾਰੇ ਅੰਨੇ ਹੋ ਗਏ। ਮਾਫ ਕਰਨਾ, ਇਹ ਸੱਚੀ ਖਬਰ ਸੀ ਕਿ ਮਾਈਆਂ ਬੀਬੀਆਂ ਬਜ਼ੁਰਗ ਜਿੰਨਿਆਂ ਨੇ ਆਪਰੇਸ਼ਨ ਕਰਾਏ ਕਿਉਂਕਿ ਉਹ 'ਚ ਸਫਾਈ ਨਹੀਂ ਸੀਗੀ। ਫਿਰ ਬਕਾਇਦਾ ਕਾਨੂੰਨ ਬਣਿਆ ਵੀ ਕੈਂਪ ਲਾਓ ਸਹੀ ਤੇ ਮਰੀਜ਼ਾਂ ਨੂੰ ਟ੍ਰੇਸ ਕਰਕੇ ਕਿਸੇ ਓਟੀ ਦੇ ਵਿੱਚ ਜਿੱਥੇ ਸਫਾਈ ਹੋਈ ਉਹ ਆਪਦੇ ਕੱਪੜੇ ਵੀ ਉਤਾਰ ਕੇ ਭਾਵੇਂ ਨਹਾ ਧੋ ਕੇ ਜਾਂਦੇ, ਜੁੱਤੀ ਲਾ ਕੇ ਫਿਰ ਮਰੀਜ਼ ਨੂੰ ਦਸਤਾਨਿਆਂ ਨਾਲ ਪਤਾ ਨਹੀਂ 100 ਵਾਰ ਦਸਤਾਨਿਆਂ ਨੂੰ ਵੀ ਹੱਥਾਂ ਨੂੰ ਧੋਂਦੇ। ਉਹ ਤਾਂ ਮੌਤ ਤੋਂ ਡਰਦੇ ਆ ਤੇ ਆਪਾਂ ਡਾਕਟਰਾਂ ਨੂੰ ਕਹਿੰਦੇ ਆ ਭਾਈ ਸਹੀ ਤਰੀਕੇ ਨਾਲ ਇਲਾਜ ਕਰਿਓ। ਤੇ ਜਿੱਥੇ ਗੁਰੂ ਦੀ ਮਰਿਆਦਾ ਹੈ, ਕੜਾ ਪ੍ਰਸ਼ਾਦ ਨੂੰ ਲੰਗਰ ਨੂੰ ਗੁਰੂ ਸਾਹਿਬ ਨੇ ਭੋਗ ਲਾਉਣਾ ਹੈ, ਪਰ ਗੁਰੂ ਤੋਂ ਸੋ ਮਹਾਰਾਜ ਨੇ ਆਪ ਤੋਂ ਵੱਧ ਸੰਗਤਾਂ ਨੂੰ ਸਤਿਕਾਰ ਦਿੱਤਾ। ਸੰਗਤਾਂ ਦੀ ਸੇਵਾ ਦੇ ਵਿੱਚ ਆਪਾਂ ਹਾਜ਼ਰ। ਆਪਣੇ ਘਰ ਆਪਣੇ ਕਮਰੇ 'ਚ ਆਪਣੇ ਲਈ ਬੰਦਾ ਜੋ ਮਰਜ਼ੀ ਕਰੇ, ਪਰ ਪਬਲਿਕ ਵਾਸਤੇ ਗੁਰੂ ਘਰ ਦੇ ਵਿੱਚ ਗੁਰੂ ਕੀ ਸੰਗਤ ਵਾਸਤੇ ਜੋ ਗੁਰੂ ਦੀ ਮਰਿਆਦਾ ਹੈ, ਜੇ ਲਿਖਿਆ ਵੀ ਲੰਗਰ ਗੁਰੂ ਘਰ ਤੇ ਮਰਿਆਦਾ ਵੀ ਗੁਰੂ ਦੀ। ਇੱਧਰਲੀ ਸਫਾਈ ਬ੍ਰਾਹਮਣ ਰੀਤੀ ਨਹੀਂ ਹੈ। ਜੇ ਡਾਕਟਰ ਦੀ ਸਫਾਈ ਸਾਧ ਸੰਗਤ ਜੀ ਉਹ ਨਿਯਮ ਹੈ ਤੇ ਇਸੇ ਤਰ੍ਹਾਂ ਗੁਰੂ ਘਰ ਦੀ ਜਿਹੜੀ ਸਫਾਈ ਹੈ ਇਹ ਮਹਾਰਾਜ ਦੀ ਰਹਿਤ ਹੈ, ਗੁਰੂ ਦਾ ਹੁਕਮ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਛੋਟਾਂ ਖਾਵੇ। ਉਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਆ ਜਿਹੜੀਆਂ ਉਂਗਲਾਂ ਛਾਪਾਂ ਪਾਈਆਂ ਹੁੰਦੀਆਂ ਮੰਮੀ ਤੁਹਾਡੇ ਨਾਲ ਹੀ ਘੜੀ ਤਾਂ ਮੰਮੀ ਬੰਨੀ ਹੋਈ ਹੈ। ਆ ਗੇੜ ਦੇ ਨਾਲ ਹੀ ਆ ਸ਼ਰਮਾ ਵਾਚ ਸ਼ੌਕ ਤੇ ਇਹਨੇ ਮੈਨੂੰ ਬੜਾ ਝੜਕਿਆ। ਮੈਂ ਕਿਹਾ ਜੀ ਗਲਤੀ ਹੈ। ਘੜੀ ਰੁਕ ਗਈ, ਫੜਦਿਆਂ ਸਾਰੀ ਕਹਿੰਦਾ ਬਾਬਾ ਜੀ ਚੰਗੀ ਹੋ ਤੁਸੀਂ। ਉਹ ਭਾਵੇਂ ਸਾਬਣ ਲਾ ਕੇ ਧੋਈ ਦੀ ਹੈ ਤੇ ਪਰ ਕਹਿੰਦੇ ਮੈਲ ਤਾਂ ਕੱਢੀ ਨਹੀਂ ਹੋਈ। ਕਿੰਨੀ ਮੈਲ ਘੜੀ ਵਿੱਚ ਫਸੀ ਹੋਈ ਹੈ। ਘੜੀ ਪਾ ਕੇ ਵੀ ਪ੍ਰਸ਼ਾਦ ਵਰਤਾਉਣਾ ਬੇਵਰਜਤ। ਜਿਹੜੀਆਂ ਛਾਪਾਂ ਨੇ, ਛੱਲੇ ਨੇ, ਕੜੇ, ਮੁੰਦਰੀਆਂ ਜਦ ਆਪਾਂ ਟੋਲਟ ਜਾਂਦੇ ਹਾਂ, ਕਿਰਿਆ ਕਰਮ ਕਰਦੇ ਹਾਂ ਤੇ ਉਹ ਸਾਫ ਸਫਾਈ ਥੋੜ੍ਹਾ ਹੁੰਦੀ ਹੈ। ਉਹ ਕਿਵੇਂ ਸਾਫ ਹੋਣਗੇ? ਉਹ 'ਚ ਸਰਾਖਾਂ ਦੇ ਵਿੱਚ ਮੈਲ ਜੰਮ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹ ਗੁਰੂ ਮਹਾਰਾਜ ਦੀ ਮਰਿਆਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚ ਭੈ ਰਾਤਾ। ਗੁਰੂ ਮਹਾਰਾਜ ਦੇ ਉੱਪਰ ਥੁੱਕ ਨਾ ਪਵੇ। ਰਾੜਾ ਸਾਹਿਬ ਵਾਲੇ, ਨਾਨਕਸਰ ਵਾਲੇ ਮੂੰਹ ਬੰਨ੍ਹ ਕੇ ਮਹਾਰਾਜ ਦੀ ਹਜ਼ੂਰੀ 'ਚ ਬੈਠਦੇ ਨੇ। ਗੁਰੂ ਕੇ ਲੰਗਰ ਦੇ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਜਪਦੇ ਆ ਜਾਂ ਚੁੱਪਚਾਪ ਇਹ ਸੇਵਾ ਦੇ ਵਿੱਚ। ਆ ਜਿਹੜੇ ਮੋਬਾਈਲ ਨੇ, ਜਿੰਨੇ ਗੰਦੇ ਮੋਬਾਈਲ ਨੇ, ਮੈਂ ਸਮਝਦਾ ਵੀ ਕੋਈ ਹੋਰ ਚੀਜ਼ ਹੈ ਹੀ ਨਹੀਂ। ਖਾਣ ਵਾਲੀ ਚੀਜ਼ ਨੂੰ ਮੋਬਾਈਲ ਵਾਲਾ ਹੱਥ ਲਾਉਣਾ ਵੀ, ਲੰਗਰ ਵਰਤਾਉਂਦੀਆਂ, ਪ੍ਰਸ਼ਾਦ ਵਰਤਾਉਂਦੀਆਂ, ਇਹ ਕੋਈ ਬ੍ਰਾਹਮਣ ਦੀ ਨਹੀਂ, ਇਹ ਗੁਰੂ ਦੀ ਮਰਿਆਦਾ ਹੈ। ਸੱਚ ਭੈ ਰਾਤਾ। ਜੇ ਸੱਚੇ ਪਰਮੇਸ਼ਰ ਦੇ ਡਰ ਦੇ ਵਿੱਚ ਰੰਗੇ ਰਹਾਂਗੇ ਤਾਂ ਗਰਭ ਨਿਵਾਰੈ ਹੰਕਾਰ ਨਿਵਰਤ ਹੋ ਸਕਦਾ ਹੈ। ਏਕੋ ਜਾਤਾ ਸ਼ਬਦ ਵਿਚਾਰੈ। ਇਸ ਕਰਕੇ ਜੀਵ ਇੱਕ ਪਰਮੇਸ਼ਰ ਨੂੰ ਜਾਣਦਾ ਅਤੇ ਗੁਰ ਉਪਦੇਸ਼ ਨੂੰ ਵਿਚਾਰਦਾ। ਕਿਉਂ? ਗੁਰ ਸ਼ਬਦ ਦਾ ਵਿਚਾਰ ਰੂਪੀ ਭੋਜਨ ਕਰਨ ਨਾਲ ਹੰਕਾਰ ਦੂਰ ਹੋ ਜਾਂਦਾ ਹੈ। ਮੈਂ ਸ਼ੁਰੂ ਤੋਂ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਲਿਟਰੇਚਰ ਦੇ ਵਿੱਚ ਜੁੜਿਆ ਰਿਹਾ। ਇੱਕ ਵਾਰ ਚਤਰ ਸਿੰਘ ਜੀਵਨ ਸਿੰਘ ਗੁਰਮੁਖ ਗਿਆਨੀ ਉਹਨਾਂ ਕੋਲ ਬੈਠਾ ਸੀਗਾ ਤੇ ਕਿਸੇ ਪ੍ਰੇਮੀ ਨੂੰ ਦਰਸ਼ਨ ਕਰਾ ਰਹੇ ਸੀ ਪਾਵਨ ਸਰੋਵਰ ਦੇ। ਗੱਲ ਚੱਲ ਪਈ ਪੱਕੀ ਸ਼ਾਹੀ ਤੇ ਕੱਚੀ ਸ਼ਾਹੀ ਦੀ। ਉਹਨਾਂ ਮੇਰੇ ਸਾਹਮਣੇ ਕੀ ਕੀਤਾ, ਕਹਿੰਦੇ
ਕਹਿੰਦੇ ਆ ਵੇਖੋ ਉਂਗਲ ਮੇਰੀ ਬਿਲਕੁਲ ਸਾਫ਼ ਹੈ। ਤੇ ਆਪਦੇ ਕੇਸਾਂ ਨੂੰ ਜਿਨ੍ਹਾਂ ਨੂੰ ਤੇਲ ਲੱਗਾ ਹੁੰਦਾ ਉਂਗਲ ਨਾਲ ਤੇਲ ਲਾ ਕੇ ਯਾਨੀ ਕੇਸਾਂ ਨੂੰ ਘਸਾ ਕੇ ਕਹਿੰਦੇ ਵੀ ਹੈ ਤਾਂ ਗਲਤੀ, ਪਰ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਦਿਖਾਉਂਦਾ। ਆ ਵੇਖੋ ਕਿੰਨਾ ਵਧੀਆ ਪੇਪਰ, ਕਿੰਨੀ ਪੱਕੀ ਸ਼ਾਹੀ ਹੈ। ਜਦ ਉਹਨਾਂ ਮਹਾਰਾਜ ਦੇ ਅੱਖਰ ਤੇ ਸ਼ਾਹੀ ਤੇ ਮਾਰੀ ਉਂਗਲ, ਜੋ ਉਂਗਲ ਕਾਲਖ ਨਾਲ ਭਰ ਗਈ। ਕਹਿੰਦੇ ਵੇਖ ਜਿੰਨੀ ਮਰਜ਼ੀ ਸ਼ਾਹੀ ਪੱਕੀ ਹੋਵੇ, ਜੇ ਧੰਦਿਆਈ ਵਾਲਾ ਹੱਥ ਆਪਾਂ ਪੋਥੀ ਸਾਹਿਬ ਨੂੰ ਜਾਂ ਗੁਰੂ ਸਾਹਿਬ ਨੂੰ ਲਾ ਦਾਂਗੇ, ਪਾਠੀ ਐਡੇ ਨਿਕੰਮੇ ਹੁੰਦੇ। ਉਹ ਤੁਸੀਂ ਵੇਖਿਆ ਹੋਊਗਾ, ਮੈਂ ਤਾਂ ਬਹੁਤ ਕਰਦਾ। ਸੁਖਮਨੀ ਸਾਹਿਬ ਵਾਲੇ ਪੱਤਰੇ ਤੇ 12 ਮਾਹ ਵਾਲੇ ਪੱਤਰੇ ਤੇ ਹੁਕਮਨਾਮੇ ਵਾਲੇ ਪੱਤਰੇ ਪਾਠੀਆਂ ਨੇ, ਸਾਡੀ ਜੇ ਗਲਤੀ ਹੈ ਪ੍ਰਸ਼ਾਦ ਵਾਲੇ ਹੱਥ ਲਾ ਲਾ ਕੇ ਤੇ ਉਹਨਾਂ ਨੂੰ ਖਰਾਬ ਕੀਤਾ ਹੁੰਦਾ। ਉੱਤੇ ਦਾਗ ਪਏ ਹੁੰਦੇ ਨੇ, ਸ਼ਾਹੀ ਜਿਹੜੀ ਹੈ ਉਹ ਕਸਾਈ ਹੁੰਦੀ ਹੈ ਤੇ ਬੜਾ ਖੁਸ਼। ਤੇ ਇਸ ਵਾਸਤੇ ਮਹਾਰਾਜ ਨੂੰ ਅੰਧੇ ਵਾਲੇ ਹੱਥ, ਮਿੱਠੇ ਵਾਲੇ ਹੱਥ ਜਾਂ ਆਪਦੇ ਸਰੀਰ ਨੂੰ ਖਾਰਸ਼ ਕਰਕੇ ਇਸੇ ਦੀ ਗੱਲ 'ਚ ਪਰਨਾ ਹੁੰਦਾ। ਤੋ ਨਹੀਂ ਤਾਂ ਇੱਕ ਸੁੰਦਰ ਰੁਮਾਲ ਸਾਹਿਬ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੇ ਐਰਾ ਗੈਰਾ ਹੱਥ ਲਾਵਾਂਗੇ ਤਾਂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਮਝ ਲਓ ਕਿ ਆਪਾਂ ਗੁਨਾਹ ਕਰ ਰਹੇ ਹਾਂ, ਫਲ ਦੀ ਬਜਾਏ ਸਾਨੂੰ ਪਾਪ ਲੱਗੂਗਾ। ਇਹ ਗੱਲਾਂ ਤਾਂ ਹੈ ਛੋਟੀਆਂ ਛੋਟੀਆਂ, ਪਰ ਹੈ ਵਿਚਾਰਨ ਵਾਲੀਆਂ। ਪਾਤਸ਼ਾਹ ਜੀ ਕਥਨ ਕਰਦੇ ਹਨ, ਏਕੋ ਜਾਤਾ ਸ਼ਬਦ ਵਿਚਾਰੈ। ਸੋ ਜਿਸ ਕਰਕੇ ਜੀਵ ਇੱਕ ਪਰਮੇਸ਼ਰ ਨੂੰ ਜਾਣਦਾ ਹੈ, ਜਦ ਹੰਕਾਰ ਦੀ ਨਿਵਰਤੀ ਹੋ ਜਾਏ ਤੇ ਗੁਰ ਉਪਦੇਸ਼ ਨੂੰ ਵਿਚਾਰਦਾ। ਕਿਉਂ ਗੁਰ ਸ਼ਬਦ ਦਾ ਵਿਚਾਰ ਰੂਪੀ ਭੋਜਨ ਕਰਨ ਨਾਲ ਹੰਕਾਰ ਦੂਰ ਹੋ ਜਾਂਦਾ ਹੈ। ਜੇ ਵਿਚਾਰ ਨਹੀਂ ਕਰਾਂਗੇ ਤੇ ਆਪਦੇ ਮਾਣ ਵਿੱਚ ਰਹਾਂਗੇ ਤੇ ਫਿਰ ਹੰਕਾਰ ਦੀ ਨਿਵਰਤੀ ਹੋਣੀ ਅਸੰਭਵ ਹੈ। ਇਸ ਵਾਸਤੇ ਗੁਰਮਤਿ ਵਿਚਾਰ ਦੇ ਦੁਆਰਾ ਹਉਮੈ ਹੰਕਾਰ ਦਾ ਨਾਸ਼ ਹੁੰਦਾ ਹੈ। ਸ਼ਬਦ ਵਸੈ ਸਚ ਅੰਤਰਹੀਆ। ਜਦ ਹਿਰਦੇ ਵਿੱਚ ਸੱਚਾ ਗੁਰੂ ਉਪਦੇਸ਼ ਵਸ ਜਾਵੇ ਤਦ ਮਹਾਰਾਜ ਕਥਨ ਕਰਦੇ ਨੇ, ਤਨ ਮਨ ਸੀਤਲ ਰੰਗ ਰੰਗੀਆ। ਤੀਸਰਾ ਸਵਾਲ ਸੀਗਾ ਕਿ ਹੇ ਗੁਰੂ ਸਾਹਿਬ ਜੀ, ਆਪ ਕਿਰਪਾ ਕਰਕੇ ਦੱਸੋ ਕਿ ਜਿਹੜਾ ਮਨ ਹੈ, ਸ਼ਿਵੈ ਘਰ ਘਰ ਮੰਦਰ, ਜਿਹੜਾ ਹਿਰਦਾ ਹੈ ਇਹ ਹਿਮਾਲਿਆ ਦਾ ਘਰ ਕਿਵੇਂ ਬਣੇ, ਮਤਲਬ ਠੰਡਾ ਠਾਰ ਕਿਵੇਂ ਹੋਵੇ। ਤਾਂ ਪਾਤਸ਼ਾਹ ਇਹ ਤੀਜੇ ਸਵਾਲ ਦਾ ਉੱਤਰ ਬਖਸ਼ਦੇ ਹਨ ਕਿ ਸ਼ਬਦ ਵਸੈ ਸੱਚ ਅੰਤਰ ਹੀ ਹੈ। ਸ਼ਬਦ ਦਾ ਅਭਿਆਸ ਕਰਦੇ ਹਾਂ, ਜਦ ਉਪਦੇਸ਼ ਮਨ 'ਚ ਵਸ ਜਾਏ ਤਾਂ ਤਨ ਮਨ ਸੀਤਲ ਰੰਗ ਰੰਗੀਆ। ਤਨ ਮਨ ਤਦ ਸਰੀਰ ਤੇ ਮਨ ਠੰਡਾ ਭਾਵ ਸ਼ਾਂਤੀ ਦੇ ਸਹਿਤ ਹੋ ਜਾਂਦਾ ਤੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਚੌਥਾ ਸਵਾਲ ਸੀਗਾ ਕਿ ਅਗਨ ਪਿਰਾਹਣ, ਸਰੀਰ ਦੇ ਅੰਦਰੋਂ ਕਾਮ ਕ੍ਰੋਧ ਆਦਿਕਾਂ ਦੀ ਅੱਗ ਦਾ ਚੋਲਾ ਕਿਵੇਂ ਦੂਰ ਹੋਵੇ। ਤਾਂ ਪਾਤਸ਼ਾਹ ਉੱਤਰ ਬਖਸ਼ਦੇ ਹਨ, ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਇਹ ਭਾਈ ਤਦ ਹੀ ਜੇ ਅਸੀਂ ਸ਼ਬਦ ਨੂੰ ਹਿਰਦੇ 'ਚ ਵਸਾਵਾਂਗੇ, ਤਨ ਮਨ ਠੰਡਾ ਹੋਊਗਾ, ਤਾਂ ਹੀ ਕਾਮ ਕ੍ਰੋਧ ਆਦਿਕ ਵਿਸ਼ਿਆਂ ਦੀ ਅੱਗ ਦਾ ਚੋਲਾ ਨਿਵਰਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਨਾਨਕ ਨਦਰੀ ਨਦਰ ਪਿਆਰੇ। ਜਦ ਪਿਆਰੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤਾਂ ਹੀ ਸਭ ਕੁਝ ਹੁੰਦਾ ਹੈ। ਆਪਦੀ ਮਰਜ਼ੀ ਦੇ ਨਾਲ ਕੁਝ ਨਹੀਂ ਹੋ ਸਕਦਾ। ਇਸ ਲਈ ਕਿਰਪਾ ਹਾਸਲ ਕਰਨ ਲਈ ਆਓ ਅਰਦਾਸ ਵਿੱਚ ਲੋੜੀਏ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਰਥ ਬਖਸ਼ਣੀ। ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਨਾਨਕ ਨਦਰੀ ਨਦਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ